हर सच्चे तख्त रचाया, हर सच्चे तख्त रचाया, सत संगत मेला। हर सच्चे तख्त रचाया, सत संगत मेला, सत संगत मेला। तख्त रचाया, सत संगत मेला, संगत मेला। सत्य तख्त रचाया, सत संगत मेला। हर सत्य तख्त रचाया, सत संगत मेला। हाँ जी मेला। हर सच्चे तख्त रचाया, सत संगत मेला। हर सच्चे तख्त रचाया, सत संगत मेला, संगत मेला। तख्त रचाया, सत संगत मेला। हर सच्चे तख्त रचाया, सत संगत मेला, संगत मेला। हर सच्चे तख्त रचाया, सत संगत मेला। हर सच्चे तख्त रचाया, सत संगत मेला, संगत मेला। नानक निरभौ निरंकार, नानक निरभौ निरंकार, विच सिद्धां खेला। नानक निरभौ निरंकार, विच सिद्धां खेला, सिद्धां खेला। सिद्धया खेला, सिद्धया खेला। गुर सिमर मनाई काल का, गुर सिमर मनाई काल का, खंडे की वेला। गुर सिमर मनाई काल का, खंडे की वेला। हाँ जी वेला। मनाई काल का, खंडे की वेला। गुर सिमर मनाई काल का, खंडे की वेला। हाँ जी वेला। गुर सिमर मनाई काल का, खंडे की बेला। हाँ जी बेला। पीवो पाहुल खंड तार, पाहुल खंड तार, होए जन्म सोहेला, जन्म सोहेला। पीवो पाहुल खंड तार, होए जन्म सोहेला। पीवो पाहुल खंड तार, होए जन्म सोहेला, जन्म सोहेला। जन्म सुहेला। पीवो पाहुल खंड तार, होए जन्म सुहेला,
जन्म सुहेला। बाहो बाहो गोबिंद सिंह आपे गुर चेला। बाहो बाहो गोबिंद सिंह आपे गुर चेला। हाजी चेला। बाहो गोबिंद सिंह आपे गुर चेला। बाहो बाहो गोबिंद सिंह आपे गुर चेला। हाजी चेला। बाहो बाहो गोबिंद सिंह आपे गुर चेला। बाहो बाहो गोबिंद सिंह आपे गुर चेला। आपे चेला। चन होर कोई नहीं हो सकदा। चन होर कोई नहीं हो सकदा। कोई नहीं हो सकदा। चन होर कोई नहीं हो सकदा। चन होर कोई नहीं हो सकदा। चन होर कोई नहीं हो सकदा। मां गुजरी दे चन वर्गा। मां गुजरी दे चन वर्गा। चन होर कोई नहीं हो सकदा। होर कोई नहीं हो सकदा। गुजरी दे चन वर्गा। चन होर कोई नहीं हो सकदा। चन होर कोई नहीं हो सकदा। मां गुजरी दे चन वर्गा। चन होर कोई नहीं हो सकदा। चन होर कोई नहीं हो सकदा। महिमा किस रसना नाल गावां। महिमा किस रसना नाल गावां। बाबा वडियाइयां तेरियां। बाबा वडियाइयां तेरियां। किस रसना नाल गावां। बाबा वडियाइयां तेरियां। बाबा वडियाइयां तेरियां। महिमा किस रसना नाल गावां। बाबा वडियाइयां तेरियां। बाबा वडियाइयां तेरियां। परम सन्मानयोग ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜਿੰਨੀ ਵੀ ਸੰਗਤ ਬੈਠ ਕਰਕੇ ਹਾਜ਼ਰੀ ਭਰ ਰਹੇ ਹੋ, ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਬੁਲਾਓ। ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੋਗਾ ਜ਼ਿਲ੍ਹੇ ਦਾ ਨਗਰ ਕਾਨ੍ਹ ਸਿੰਘ ਵਾਲਾ ਇਥੋਂ ਦੀ ਸੰਗਤ ਵੱਲੋਂ ਦੁਨੀਆ ਦੇ ਸਾਂਝੇ ਰਹਿਬਰ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨ ਵਾਲੇ, ਸਭ ਦਾ ਭਲਾ ਤੇ ਸਤਿਕਾਰ ਕਰਨ ਵਾਲੇ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪ੍ਰਕਾਸ਼ ਦਿਹਾੜਿਆਂ ਨੂੰ ਮੁੱਖ ਰੱਖ ਕੇ ਸਰਬੱਤ ਦੇ ਭਲੇ ਵਾਸਤੇ ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਚੱਲੇ। ਸਰਬੱਤ ਮਾਈ ਭਾਈ ਨੇ ਵੱਧ ਚੜ ਕੇ ਮਾਲਕ ਦੇ ਘਰ ਦੀ, ਗੁਰੂ ਮਹਾਰਾਜ ਦੀ, ਗੁਰੂ ਕੇ ਵਜ਼ੀਰਾਂ ਦੀ ਔਰ ਸੰਗਤ ਦੀ ਸੇਵਾ ਕੀਤੀ ਹੈ। ਸੋ ਅਸੀਂ ਆਪਣੇ ਜਥੇ ਵੱਲੋਂ ਸਰਬੱਤ ਸੰਗਤ ਨੂੰ ਅੱਜ ਦੇ ਇਸ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ। ਲੱਖ ਲੱਖ ਵਧਾਈਆਂ। ਤੇ ਸਾਡੀ ਤਨੋ ਮਨੋ ਮਾਲਕ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਤਸ਼ਾਹ, ਜੇ ਸਾਡੀ ਕੀਤੀ ਸੇਵਾ ਸਿਮਰਨ
ਆਪ ਜੀ ਨੂੰ ਪ੍ਰਵਾਨ ਹੈ। ਇਹਦਾ ਫਲ ਸਰਬੱਤ ਸੰਗਤ ਦੀ ਝੋਲੀ ਚ ਪਾਓ। ਜਿਵੇਂ ਪਟਨਾ ਸਾਹਿਬ ਦੇ ਵਿੱਚ ਮਾਤਾ ਗੁਜਰੀ ਦੀ ਪਾਵਨ ਕੁੱਖੋਂ ਅਵਤਾਰ ਧਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੁੱਚੇ ਸੰਸਾਰ ਦਾ ਭਲਾ ਕੀਤਾ ਹੈ। ਇਸੇ ਤਰ੍ਹਾਂ ਕਿਰਪਾ ਕਰਿਓ ਸਭ ਦੇ ਘਰਾਂ 'ਚ ਹੀ ਖੁਸ਼ੀਆਂ ਆਉਣ। ਆਖੋ ਸਤਨਾਮ। ਹੇ ਗੁਰੂ ਸਾਡੇ ਬੱਚੇ ਭਜਨ ਬੰਦਗੀ ਸੇਵਾ ਸਿਮਰਨ ਵਾਲੇ ਬਣਨ। ਦੇਸ਼ ਕੌਮ ਦੀ ਸੇਵਾ ਕਰਕੇ ਸਾਡੇ ਇਲਾਕੇ ਦਾ, ਸਾਡੇ ਨਗਰਾਂ ਦਾ ਨਾਮ ਉੱਚਾ ਕਰਨ। ਸੋ ਜਿੱਥੇ ਅਰਦਾਸ ਕਰਨੀ ਹੈ ਉੱਥੇ ਕੋਸ਼ਿਸ਼ ਵੀ ਕਰਿਆ ਕਰੋ ਗੁਰਮੁਖ, ਕਿਉਂਕਿ ਪਰਮੇਸ਼ਰ ਉਹਨਾਂ ਦੀ ਬਹੁਤ ਮਦਦ ਕਰਦਾ ਜਿਹੜੇ ਥੋੜੀ ਬਹੁਤੀ ਆਪ ਵੀ ਹਿੰਮਤ ਕਰਨ। ਗੁਰਮੁਖ ਰਹਿਮਤ ਉਸ ਵਾਹਿਗੁਰੂ ਨੇ ਕਰਨੀ ਹੈ, ਹਿੰਮਤ ਆਪਾਂ ਕਰਨੀ, ਕੋਸ਼ਿਸ਼ ਕਰਨੀ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਮਹਾਨ ਗੁਰੂ ਨੇ ਜਿਨ੍ਹਾਂ ਨੇ ਬਚਪਨ ਦੇ ਸਮੇਂ ਵਿੱਚ ਹੀ ਦੇਸ਼ ਕੌਮ ਉੱਪਰ ਹੋ ਰਹੇ ਜ਼ਬਰ ਜ਼ੁਲਮ ਨੂੰ ਰੋਕਣ ਦੀ ਖਾਤਰ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਆਪ ਤੋਰਿਆ ਸੀ। ਹੁਣ ਵੀ ਆ ਵੇਖੋ ਕਿਸਾਨ ਮਜ਼ਦੂਰ ਅੰਦੋਲਨ ਚੱਲਿਆ, ਜ਼ਮੀਨਾਂ ਆਪਾਂ ਪੈਸੇ ਦੇ ਕੇ ਖਰੀਦੀਆਂ, ਮਿਹਨਤ ਤੁਸੀਂ ਕਰਦੇ ਹੋ, ਪਰ ਜਦੋਂ ਫਸਲ ਦਾ ਮੁੱਲ ਪਾਉਣ ਵਾਲਾ ਉਦੋਂ ਕਹਿੰਦੇ ਅਸੀਂ ਆਪਦੀ ਮਰਜ਼ੀ ਨਾਲ ਪਾਵਾਂਗੇ। ਸਾਡੇ ਹੱਕਾਂ ਤੇ ਡਾਕਾ ਵੱਜਦਾ ਸੀ, ਇਹ ਜ਼ੁਲਮ ਸੀ। ਇਹੀ ਹੁੰਦਾ ਅਤਿਆਚਾਰ ਵੀ ਜਦੋਂ ਕੋਈ ਚਾਹੁੰਦਾ ਹੀ ਨਹੀਂ ਮੈਂ ਆ ਕਰਨਾ, ਆਪਾਂ ਧੱਕੇ ਨਾਲ ਉਹ ਤੋਂ ਕਰਵਾਈਏ। ਗੁਰਮੁਖ ਜਿਵੇਂ ਕਿਸਾਨ ਤਾਂ ਚਾਹੁੰਦੇ ਹੀ ਨਹੀਂ ਸੀ ਕਿ ਸਾਡੇ ਤੇ ਇਦਾਂ ਦੇ ਕਾਨੂੰਨ ਬਣਾਓ, ਪਰ ਉਹ ਧੱਕੇ ਨਾਲ ਹੀ ਬਣਾਈ ਗਏ ਤੇ ਧੱਕੇ ਨਾਲ ਹੀ ਲਾਗੂ ਕਰਨਾ ਚਾਹੁੰਦੇ ਸੀ। ਇਹਨੂੰ ਕਿਹਾ ਜਾਂਦਾ ਅਤਿਆਚਾਰ, ਜ਼ੁਲਮ। ਗੁਰਮੁਖ ਸੌਖਾ ਸਮਝੋਗੇ ਤਾਂ ਗੱਲ ਕੀਤੀ ਹੈ। ਉਦੋਂ ਵੀ ਔਰੰਗਜ਼ੇਬ ਧੱਕੇ ਨਾਲ ਦੁਨੀਆ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਹਾਲਾਂਕਿ ਜਿਹੜਾ ਧਰਮ ਹੈ ਇਹ ਪ੍ਰੇਮ ਦਾ ਵਿਸ਼ਾ ਹੈ। ਗੁਰਮੁਖ ਤੁਹਾਡੀ ਮਰਜ਼ੀ ਹੈ, ਤੁਸੀਂ ਸਿੱਖ ਰਹਿ ਲਓ। ਪਰਮਾਤਮਾ ਨੇ ਤਾਂ ਜੇ ਦੇਖੋ ਸਰੂਪ ਸਾਡਾ ਉਹੇ ਜਿਹਾ ਬਣਾਇਆ ਜਿਹੜਾ ਗੁਰੂ ਸਾਹਿਬ ਸੰਪੂਰਨ ਕਰ ਗਏ। ਸਿੱਖ ਕੇਸ ਦਾੜੀ ਨਾ ਕਟਾਓ, ਮੁੱਛਾਂ ਨਾ ਕਟਾਓ, ਚਾਹੇ ਮੁਸਲਮਾਨਾਂ ਦੇ ਘਰ 'ਚ ਪੈਦਾ ਹੋਈਏ, ਅਗਲਾ ਕਹੂ ਇਹ ਸਿੱਖ ਹੈ, ਦੇਖਣ ਨੂੰ ਸਿੱਖ ਲੱਗੂਗਾ। ਹਿੰਦੂ ਦਾੜੀ ਨਹੀਂ ਰੱਖਦੇ, ਮੁਸਲਮਾਨ ਮੁੱਛਾਂ ਨਹੀਂ ਰੱਖਦੇ, ਸੁਨਨਤ ਕਰਾਉਂਦੇ ਆ ਤਾਂ ਮੁਸਲਮਾਨ ਬਣਦੇ ਆ। ਗੁਰੂ ਤੇ ਜੇ ਕੁਦਰਤ ਦਾ ਰੰਗ ਵੇਖੋ, ਪਰਮਾਤਮਾ ਨੇ ਤਾਂ ਸਭ ਨੂੰ ਉਹੀ ਪੈਦਾ ਕੀਤਾ ਜਿਹੇ ਜੇ ਸਿੱਖ ਸੰਪੂਰਨ ਮੰਨੇ ਜਾਂਦੇ ਆ। ਪਰ ਉਦੋਂ ਦੇ ਜਿਹੜੇ ਦੇਸ਼ ਕੌਮ ਦੇ ਆਗੂ ਰਾਜੇ ਸੀ ਉਹ ਚਾਹੁੰਦੇ ਸੀ ਸਾਰੇ ਮੁਸਲਮਾਨ ਹੋਣ, ਤੇ ਔਰੰਗਜ਼ੇਬ ਨੇ ਟੱਕਰ ਲਈ ਹਿੰਦੂਆਂ ਦੇ ਨਾਲ। ਤੇ ਗੁਰੂ ਤੇਗ ਬਹਾਦਰ ਜੀ ਨੇ ਕਿਰਪਾ ਰਾਮ ਆਗੂ ਬਣ ਕੇ ਆਇਆ ਸੀ, ਕਸ਼ਮੀਰ ਤੋਂ ਜਥਾ ਆਇਆ ਸੀ। ਉਹਨਾਂ ਦੀ ਪੁਕਾਰ ਸੁਣੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਔਰੰਗਜ਼ੇਬ ਨਾਲ ਇੱਕ ਸ਼ਰਤ ਰੱਖ ਲਓ ਜਾ ਕੇ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਜੇ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੇ ਤਾਂ ਅਸੀਂ ਸਾਰੇ ਉਹਦੇ ਮੰਗਰ, ਅਸੀਂ ਉਹਨਾਂ ਦੇ ਮੰਗਰ ਮੁਸਲਮਾਨ ਹੋ ਜਾਾਂਗੇ। ਜੇ ਤੂੰ ਸਾਨੂੰ ਮੁਸਲਮਾਨ ਬਣਾਉਣਾ ਗੁਰੂ ਤੇਗ ਬਹਾਦਰ ਜੀ ਨੂੰ ਬਣਾ ਲੈ,
ਜੇ ਉਹਨਾਂ ਨੂੰ ਇਸਲਾਮ ਵਿੱਚ ਨਾ ਲਿਆ ਸਕਿਆ ਫਿਰ ਸਾਡੇ ਤੇ ਵੀ ਅੱਗੇ ਤੋਂ ਜ਼ੁਲਮ ਨਾ ਕਰੀ। ਗੱਲ ਆਪਣੇ ਵਾਲੀ ਹੋਈ ਹੈ। ਆ ਹੁਣ ਵੋਟਾਂ ਦਾ ਦੌਰ ਆ ਰਿਹਾ ਹੈ, ਆਪਾਂ ਆਗੂਆਂ ਤੇ ਭਰੋਸਾ ਕਰਕੇ ਉਹਨਾਂ ਨੂੰ ਚੁਣ ਲੈਨੇ ਆ ਤੇ ਕਈ ਤਾਂ ਮਾਫ ਕਰਿਓ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਲੜਾਈਆਂ ਵੀ ਪਾ ਲੈਂਦੇ ਆ ਵੀ ਮੈਂ ਫਲਾਣੇ ਨਾਲ ਹੀ ਖੜਨਾ। ਪਰ ਆਪਣੇ ਘਰਾਂ 'ਚ ਇੰਨੀਆਂ ਵੀ ਵੰਡੀਆਂ ਨਾ ਪਾ ਲਓ ਮੁੜ ਕੇ ਇਕੱਠੇ ਹੀ ਨਾ ਹੋਵੋ ਗੁਰਮੁਖ। ਇਹ ਤਾਂ ਥੋੜੇ ਚਿਰ ਦਾ ਹੁੰਦਾ ਨੋਟ ਵੋਟ ਦਾ ਕੰਮ ਗੁਰਮੁਖ। ਅਸਲ ਵਿੱਚ ਗੁਰੂ ਘਰ ਦੀ ਓਟ ਤੱਕੋ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਹੁੰਦਾ ਕੀ ਹੈ, ਆਪਾਂ ਲੜਦੇ ਰਹਿੰਦੇ ਆ, ਖਰਚੇ ਕਰਦੇ ਰਹਿੰਦੇ ਆ, ਭੱਜੇ ਰਹਿੰਦੇ ਆ, ਕਦੇ ਇੱਧਰ ਕਦੇ ਇੱਧਰ। ਪਰ ਜਿਹੜੇ ਆਗੂ ਹੁੰਦੇ ਆ ਉਹਨਾਂ ਦਾ ਪਤਾ ਹੀ ਕੋਈ ਨਹੀਂ ਉਹ ਕਦੋਂ ਬਦਲ ਜਾਣ ਗੁਰੂ। ਅੱਜ ਦੇਸ਼ ਕੌਮ ਨੂੰ ਲੋੜ ਹੈ ਆਗੂ ਦੀ। ਆਗੂ ਹੋਵੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਵਰਗਾ, ਆਖੋ ਸਤਨਾਮ। ਜਿਹੜੇ ਨਾ ਕਿਸੇ ਲਾਲਚ ਵਿੱਚ ਆਏ, ਨਾ ਕਿਸੇ ਡਰਾਵਿਆਂ ਤੋਂ ਡਰੇ ਗੁਰਮੁਖ। ਪਤਾ ਹੀ ਸੀ ਵੀ ਮੂਹਰੇ ਕੀ ਹੋਣਾ, ਸਭ ਪਤਾ ਸੀ, ਕੋਈ ਪਰਵਾਹ ਨਹੀਂ ਕੀਤੀ, ਸੱਚ ਤੇ ਖੜੇ ਗੁਰਮੁਖ। ਉਹੇ ਜੇ ਆਗੂਆਂ ਦੀ ਅੱਜ ਲੋੜ ਹੈ। ਤੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋ ਗਈ, ਫਿਰ ਔਰੰਗਜ਼ੇਬ ਨੇ ਟੱਕਰ ਗੁਰੂ ਘਰ ਨਾਲ ਲਈ ਸੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਲਾਂਕਿ ਚਾਹੁੰਦਾ ਤਾਂ ਉਹ ਪਹਿਲਾਂ ਹੀ ਸੀ। 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ, ਉਹਨਾਂ ਦੇ ਸੁਪੁੱਤਰ 2 ਸਨ। ਵੱਡੇ ਨੇ ਰਾਮ ਰਾਏ ਜੀ, ਛੋਟੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ। ਤੇ ਜਦੋਂ ਉਹਨੇ ਦਿੱਲੀ ਬੁਲਾਇਆ ਸੀ ਮਹਾਰਾਜ ਨੂੰ, 7ਵੇਂ ਪਾਤਸ਼ਾਹ ਨਹੀਂ ਸੀ ਗਏ। ਕਹਿੰਦੇ ਇਹਦਾ ਸੁਭਾਅ ਠੀਕ ਨਹੀਂ, ਨਾ ਅਸੀਂ ਮਲੇਸ਼ ਨੂੰ ਮੱਥੇ ਲਾਉਣਾ, ਨਾ ਹੀ ਇਹਨੂੰ ਆਪਦੇ ਦਰਸ਼ਨ ਦੇਣੇ ਆ। ਕਹਿੰਦੇ ਜਾ ਕੇ ਫਿਰ ਸੰਗਤ ਕਹਿੰਦੀ ਜੀ ਆਪਣੇ ਸੁਪੁੱਤਰ ਨੂੰ ਭੇਜ ਦਿਓ। ਤੇ 7ਵੇਂ ਪਾਤਸ਼ਾਹ ਨੇ ਰਾਮ ਰਾਏ ਜੀ ਨੂੰ ਤੋਰਿਆ ਸੀ। ਤੇ ਬਚਨ ਵੀ ਇਹ ਜੇ ਕੀਤੇ ਰਾਮ ਰਾਏ, ਜੋ ਮੂੰਹੋਂ ਕਹੋਗੇ ਉਹ ਸੱਚ ਹੀ ਹੋਊਗਾ। ਤਾਕਤ ਵੀ ਦਿੱਤੀ ਸੀ। ਪਰ ਰਾਮ ਰਾਏ ਔਰੰਗਜ਼ੇਬ ਦੀਆਂ ਚਾਲਾਂ ਵਿੱਚ ਉਲਝ ਗਿਆ, ਗੁਰੂ ਕੀ ਬਾਣੀ ਨੂੰ ਹੀ ਗਲਤ ਕਹਿਤਾ ਸੀ। ਪੜ੍ਹਦੇ ਹੋ ਨਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਕੁਮਿਆਰ, ਕੱਕੇ ਨਾਲ ਗੁਰੂ। ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਤੇ ਰਾਮ ਰਾਏ ਨੇ ਇਹ ਕਹਿਤਾ ਸੀ ਵੀ ਮਿੱਟੀ ਮੁਸਲਮਾਨ ਕੀ ਨਹੀਂ, ਮਿੱਟੀ ਬੇਈਮਾਨ ਕੀ ਲਿਖਿਆ। ਕਹਿੰਦਾ ਮੈਨੂੰ ਮਾਫੀ ਦਿਓ, ਨਹੀਂ ਕਹਿਣਾ ਚਾਹੁੰਦੇ ਪਰ ਦੱਸਣਾ ਪੈਣਾ। ਔਰੰਗਜ਼ੇਬ ਨੂੰ ਤਾਂ ਖੁਸ਼ ਕਰ ਲਿਆ, ਗੁਰੂ ਘਰ ਤੋਂ ਬੇਮੁਖ ਹੋ ਗਿਆ। ਤੇ ਔਰੰਗਜ਼ੇਬ ਨੇ ਉੱਥੇ ਪਤਾ ਕੀ ਚਾਲ ਚੱਲੀ। ਕਹਿੰਦਾ ਰਾਮ ਰਾਏ ਕੀ ਹੋਇਆ ਜੇ ਤੇਰਾ ਪਿਤਾ ਕਹਿੰਦਾ ਹੈ ਕਿ ਅਸੀਂ ਤੈਨੂੰ ਮੱਥੇ ਨਹੀਂ ਲਾਉਣਾ, ਮੈਂ ਤੇਰੇ ਨਾਲ ਆ, ਮੈਂ ਤੈਨੂੰ ਜਾਇਦਾਦ ਦੇ ਦੇਣਾ। ਫਿਰ ਉਧਰ ਦੇਹਰਾਦੂਨ ਵੱਲ ਮੱਕਾ ਨੂਮਾ ਇਮਾਰਤ ਵੀ ਬਣਵਾਈ, ਜਾਇਦਾਦ ਦੇਤੀ। ਇਹ ਸੀ ਫੁੱਟ ਪਾਉਣ ਦਾ ਤਰੀਕਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਵੀ ਬੇਨਤੀ ਹੈ, ਜੇ ਕਿਸੇ ਦੇ ਘਰ 'ਚ ਕੋਈ ਕਲੇਸ਼ ਪੈ ਜੇ ਨਾ, ਬੱਚਿਆਂ ਦੀ ਜਾਂ ਪਤੀ ਪਤਨੀ ਦੀ, ਧੀ ਦੀ, ਪਿਓ ਪੁੱਤ ਦੀ ਨਾ ਬਣਦੀ ਹੋਵੇ, ਕੋਸ਼ਿਸ਼ ਕਰਿਆ ਕਰੋ ਉਹਨਾਂ ਨੂੰ ਸਮਝਾ ਕੇ ਉਹਨਾਂ ਦੀ ਸੁਲ੍ਹਾ ਕਰਾਉਣ ਦੀ। ਗੁਰੂ ਜੇ ਸੋਚੀਏ ਵੀ ਇਹਨਾਂ ਦੀ ਤਾਂ ਬਣਦੀ ਨਹੀਂ, ਆਪਾਂ 4 ਗੱਲਾਂ ਉਲਟ ਕਹਿ ਕੇ ਇਹਨਾਂ ਨੂੰ ਆਪਣੇ ਮੰਗਰ ਲਾ ਲਈਏ, ਇਹ ਗਲਤ ਨੀਤੀ ਹੈ। ਇਹੀ ਨੀਤੀ ਕਰਕੇ ਔਰੰਗਜ਼ੇਬ ਮਾਰਿਆ ਗਿਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਫੌਜਾਂ ਉਹਦੇ ਕੋਲ ਜ਼ਿਆਦੇ ਸੀ, ਤਾਕਤ ਉਹਦੇ ਕੋਲ ਜ਼ਿਆਦੇ ਸੀ, ਪਰ ਸੱਚ ਨਹੀਂ ਸੀ ਗੁਰੂ। ਹਾਂ, ਜੇ ਕੋਈ ਵਾਕਈ ਧੱਕਾ ਹੋ ਰਿਹਾ ਹੈ ਉੱਥੇ ਦੱਸੋ ਵੀ ਭਾਈ ਆ ਤਾਂ ਤੇਰੇ ਨਾਲ ਧੱਕਾ ਹੁੰਦਾ, ਤੂੰ ਪਾਸਾ ਕਰ ਲੈ, ਪਰ ਨੀਤੀ ਗਲਤ ਨਹੀਂ ਹੋਣੀ ਚਾਹੀਦੀ। ਹੁਣ ਔਰੰਗਜ਼ੇਬ ਨੇ ਫੁੱਟ ਪਾਈ ਸੀ, ਚਾਹੁੰਦਾ ਸੀ ਕਿ ਗੁਰੂ ਘਰ ਨੂੰ ਮੈਂ ਖਤਮ ਕਰਾਂ, ਇਹ ਸੱਚ ਦੀ ਆਵਾਜ਼ ਨੂੰ ਰੋਕਾਂ। ਤੇ 9ਵੇਂ ਪਾਤਸ਼ਾਹ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਉਹ ਗੁਰੂ ਘਰ ਦਾ ਵਿਰੋਧੀ ਬਣ ਗਿਆ ਸੀ ਗੁਰੂ। ਪਰ ਯਾਦ ਰੱਖਿਓ, ਅੱਤ ਦਾ ਤੇ ਖੁਦਾ ਦਾ ਵੈਰ ਹੁੰਦਾ ਹੈ।
परमात्मा ने हर एक नूं ताकत दित्ती गुरमुखो। उस ताकत दे नाल साडे विच जिहड़े गुण ने, इन्हां गुणां दे नाल गुजरी दे चन वर्गा चन होर कोई नहीं हो सकदा। मां गुजरी दे चन वर्गा चन होर कोई नहीं हो सकदा। गुजरी दे चन वर्गा चन होर कोई नहीं हो सकदा। मां गुजरी दे चन वर्गा चन होर कोई नहीं हो सकदा। आओ गुरु गोबिंद सिंह महाराज जिन्हां ने देश कौम दी खातर हर वेले कुर्बानी कीती, यतन कीते, उन्हां दा आपां जिक्र करना है कि संसार दे विच आउणा क्यों पिया। आखो सतनाम श्री वाहिगुरू। कवि जन लिखदे ने, कहंदे छाया सी हनेरा सारे मस्सिया दी रात वांगू। धर्म सीगा खंभ ला के मार गया उडारियां। धर्म दे उपर दुनिया विश्वास करती सी, पर धर्मी कोई कोई रह गया सी। गुरु हनेरा ही हनेरा सी। उदों मुल्लां ते मुलाने काजी लैंदे सन वड्डियां। डोब दित्ती बेड़ी इन्हां झूठियां महाणियां। जेड़े राजे हुंदे ना मुसलमान, वो काजियां तो फतवा लवाउंदे हुंदे, ते काजी मुलाने धर्म तो उल्ट सजावां देण लग गए सी। आखो सतनाम। श्री वाहिगुरू। जिवें हुण साहिबजादियां दा आपां दिन मनाया पहलां, वो फतवा तां काजी नहीं लाया सी ना भी इन्हां नूं नीहां चिण दिओ। वो धार्मिक आगू सी गुरमुखो। भाई सुबेग सिंह शाहबाज सिंह दी शहीदी होई, उन्हां नूं चरखड़ी चाढ़िया, वो भी एक काजी दी वजह नाल होया सब कुछ। आखो सतनाम। श्री वाहिगुरू। इस करके गलत करन लग गए सी गुरु। शुरू तो भी पढ़ लो इतिहास। कहंदे मुल्लां ते मुलाने काजी लैंदे सन वड्डियां। डोब दित्ती बेड़ी इन्हां झूठियां महाणियां। भैणां दियां इज्जतां ना भाइयां तो बचाईयां गईयां। जाबरां दे पंजे पईयां कंजकां कुआरीआं। मैं शुरू च भी बेनती की है, जिथे सहमति ना होवे धक्के नाल कोई भी काम किसे तो कराओ, वो जुल्म ते अत्याचार ही है। आखो सतनाम। श्री वाहिगुरू। ते उदों भी राजे महाराजे जेड़े हुंदे सी ना, आउंदे नाले तां घरां चों धन माल लुट के ले जांदे, नाले तीयां लवाउंदे। जेड़ियां सुंदर सुंदर कुड़ियां सोहना नाच करदियां, उन्हां नूं चुक के ले जांदे सी गुरु। गजनी च मंडी लगदी सी। इतिहास पढ़ो, नगन कर करके उत्थे नमैश लाउंदे ते फिर बेचदे सी। आखो सतनाम। श्री वाहिगुरू। खास करके माइयां नूं बेनती करनी चाहुना, होर गलत कर्मां च फसन दी बजाए तुसी गुरु घर दे पल्ले लगना। क्योंकि कोई नहीं सी बोलदा गुरु। इतिहास पढ़िया करो, बच्चियां नूं पढ़ाया करो। पिंडां दे विचों कुड़ियां चुक के लै जांदे, प्यो पग्गां धरदे, पैरां च कोई नहीं सी सुणदा। डरदे सगों ये कहिंदे सी भी खादा पीता लाहे दा, बाकी अहमद शाहे दा। कोई नहीं सी बोलदा, थोड़ी राखी नहीं सी कोई करदा। सगों ये कहिंदे सी भी औरत तां पैर दी जुत्ती है, जिन्ना चिर लोड़ है वरतो। इहे जे हालात सी। जे थोनू विद्या पढ़न दे हक मिले
ਧਾਰਮਿਕ ਸਥਾਨਾਂ ਤੇ ਆ ਕੇ ਗਿਆਨ ਪ੍ਰਾਪਤ ਕਰਨ ਦਾ ਹੱਕ ਮਿਲਿਆ, ਉਹ ਆਵਾਜ਼ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਉਠਾਈ। ਕਹਿੰਦੇ ਨਾਲੇ ਤਾਂ ਔਰਤ ਦੇ ਪੇਟੋਂ ਜਨਮ ਲਿਆ ਤੇ ਨਾਲੇ ਉਸੇ ਨੂੰ ਹੀ ਮਾੜਾ ਕਹਿੰਦੇ ਹੋ, ਨੀਚ ਸਮਝਦੇ ਹੋ। ਘਰੋਂ ਨਹੀਂ ਬਾਹਰ ਜਾਣ ਦਿੰਦੇ ਸੀ, ਵਿਦਿਆ ਨਹੀਂ ਸੀ ਪੜ੍ਹਨ ਦਿੰਦੇ। ਸਤਿਗੁਰੂ ਨਾਨਕ ਪਾਤਸ਼ਾਹ ਨੇ ਆਵਾਜ਼ ਉਠਾਈ ਤੇ ਉਹ ਆਵਾਜ਼ ਇੰਨੀ ਬੁਲੰਦ ਹੋਈ, ਅੱਜ ਵੇਖ ਲਓ ਬੱਚੀਆਂ ਪੜ੍ਹ ਲਿਖ ਕੇ ਉੱਚੇ ਉੱਚੇ ਅਹੁਦਿਆਂ ਤੇ ਵੀ ਪਹੁੰਚ ਗਈਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ, ਆਪਣੇ ਬੱਚਿਆਂ ਨੂੰ ਸਿੱਖ ਬਣਾਓ, ਕਿਉਂਕਿ ਆ ਜਿਹੜਾ ਅਦਬ ਸਤਕਾਰ ਅੱਜ ਮਿਲਿਆ ਇਹ ਨਹੀਂ ਸੀ ਮਿਲਣਾ ਜੇ ਗੁਰੂ ਸਾਹਿਬ ਕਿਰਪਾ ਨਾ ਕਰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਦੇ ਭੁੱਲ ਕੇ ਵੀ ਬੱਚੇ ਦੇ ਕੇਸ ਨਹੀਂ ਕਟਾਉਣੇ। ਗੁਰੂ ਆਪ ਬਾਣੀ ਪੜੋ। ਤੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਤਾਂ ਕਹਿੰਦੇ ਹੁੰਦੇ, ਕਹਿੰਦੇ ਜੇ ਕੋਈ ਬੱਚੀ ਚਾਹੁੰਦੀ ਹੈ ਨਾ ਕਿ ਮੇਰੀ ਕੁੱਖੋਂ ਪੈਦਾ ਹੋਣ ਵਾਲਾ ਬੱਚਾ ਬੱਚੀ ਧਰਮ 'ਚ ਪੱਕਾ ਰਹੇ ਤਾਂ ਇੱਕ ਨਿਯਮ ਹੈ, ਜਦੋਂ ਤੋਂ ਬੱਚਾ ਗਰਭ ਧਾਰਨ ਕਰਦਾ ਹੈ ਉਦੋਂ ਤੋਂ ਇੱਕ ਸੁਖਮਨੀ ਸਾਹਿਬ ਦਾ ਪਾਠ ਨੇਮ ਨਾਲ ਰੋਜ਼ ਕਰਨਾ। ਬੱਚੇ ਦੇ ਜਨਮ ਹੋਣ ਤੱਕ ਪਾਠ 'ਚ ਨਾਗਾ ਨਹੀਂ ਪਾਉਣਾ, ਰੋਜ਼ ਪੜੋ। ਤੇ ਜਿਹੜਾ ਬੱਚਾ ਪੈਦਾ ਹੋਊਗਾ ਉਹਨੂੰ ਦੁਨੀਆ ਦੀ ਕੋਈ ਵੀ ਤਾਕਤ ਧਰਮ ਤੋਂ ਤੋੜ ਨਹੀਂ ਸਕੂਗੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਬਾਣੀ ਦੀ ਤਾਕਤ ਹੈ। ਐਵੇਂ ਤਾਂ ਨਹੀਂ ਬੰਦ ਕਟਾ ਗਏ, ਐਵੇਂ ਤਾਂ ਨਹੀਂ 7 ਤੇ 9 ਸਾਲ ਦੇ ਸਾਹਿਬਜ਼ਾਦੇ ਨੀਹਾਂ 'ਚ ਖੜ ਗਏ। ਠੰਡ ਦੇ ਸਮੇਂ ਮਾਰ-ਮਾਰ ਟੇਸੀਆਂ ਚੱਪਣੀਆਂ ਭੰਨੀਆਂ ਜ਼ਾਲਮਾਂ ਨੇ, ਅਨੇਕਾਂ ਤਸੀਹੇ ਦਿੱਤੇ, ਪਰ ਧਰਮ ਤੋਂ ਨਹੀਂ ਡੋਲੇ। ਕਾਰਨ ਕੀ? ਹਰ ਵੇਲੇ ਗੁਰਬਾਣੀ ਹੀ ਚੱਲਦੀ ਸੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰਬਾਣੀ ਦੀ ਤਾਕਤ ਹੈ ਗੁਰੂ। ਤੇ ਅਸੀਂ ਅੱਜ ਮਾਫ ਕਰਨਾ, ਬਹੁਤ ਕੁਝ ਕਰ ਲਿਆ ਪਰ ਗੁਰਬਾਣੀ ਤੋਂ ਟੁੱਟ ਗਏ। ਗੁਰੂ ਕੋਈ ਹੋਊ ਜਿਸ ਘਰ ਵਿੱਚ ਸਵੇਰੇ ਸ਼ਾਮ ਨਿਤਨੇਮ ਦਾ ਪਾਠ ਹੋਵੇ, ਗੁਰੂ ਦਿਨੇ ਸੁਖਮਨੀ ਸਾਹਿਬ ਚੱਲੇ, ਕੰਮ ਧੰਦਾ ਕਰਦਿਆਂ ਹੋਇਆਂ ਵੀ ਰੱਬ ਦਾ ਨਾਮ ਯਾਦ ਆਵੇ, ਕੋਈ ਹੋਣਾ ਪਰਿਵਾਰ। ਤੇ ਨਹੀਂ ਤਾਂ ਵੇਖ ਲਓ ਸ਼ਾਮ ਨੂੰ ਘਰਾਂ ਦੇ ਵਿੱਚ ਕੀ ਕੁਛ ਹੁੰਦਾ। ਗੁਰਮਤਿ ਤੋਂ ਟੁੱਟੋ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦਾ ਜੀਵਨ ਆਪਾਂ ਸਾਂਝਾ ਕਰਨਾ ਹੈ। ਕਿਉਂ ਆਉਣਾ ਪਿਆ? ਕਹਿੰਦੇ ਭੈਣਾਂ ਦੀਆਂ ਇੱਜ਼ਤਾਂ ਨਾ ਭਾਈਆਂ ਤੋਂ ਬਚਾਈਆਂ ਗਈਆਂ, ਜਾਬਰਾਂ ਦੇ ਪੰਜੇ ਪਈਆਂ ਕੰਜਕਾਂ ਕੁਆਰੀਆਂ। ਉਸ ਵੇਲੇ ਧਰਤੀ ਤੋਂ ਜ਼ੁਲਮ ਨਾ ਸਹਾਰ ਹੋਇਆ, ਰੱਬ ਦੀ ਕਚਹਿਰੀ ਜਾ ਕੇ ਰੋ ਰੋ ਧਾਹਾਂ ਮਾਰੀਆਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜ਼ੁਲਮ ਹੁੰਦਾ ਸੀ, ਧੱਕਾ ਹੁੰਦਾ ਸੀ, ਤੇ ਧਰਤੀ ਤੋਂ ਵੀ ਇਹ ਬੋਝ ਪਾਪਾਂ ਦਾ ਸਹਾਰਿਆ ਨਾ ਗਿਆ। ਊਂ ਤਾਂ ਭਾਈ ਵੱਡੇ ਵੱਡੇ ਪਰਬਤ ਹੈ, ਵੱਡੇ ਵੱਡੇ ਦਰਖਤ ਹੈ, ਵੱਡੇ ਵੱਡੇ ਘਰ-ਬਾਰ ਹੈ, ਕਿੰਨੇ ਜੀਵ ਜੰਤੂ ਫਿਰਦੇ ਐ, ਧਰਤੀ ਨੂੰ ਕਿਸੇ ਦਾ ਭਾਰ ਨਹੀਂ ਲੱਗਦਾ। ਜੇ ਧਰਤੀ ਨੂੰ ਭਾਰ ਲੱਗਦਾ ਤਾਂ ਅਕਿਰਤ ਘਣਾਂ ਦਾ ਲੱਗਦਾ। ਅਕਿਰਤ ਘਣ ਪਤਾ ਕੌਣ ਹੁੰਦਾ? ਜਿਹੜਾ ਕਿਸੇ ਤੋਂ ਕੰਮ ਲੈ ਲੇ, ਉਹਦੀਆਂ ਦਿੱਤੀਆਂ ਦਾਤਾਂ ਤਾਂ ਵਰਤ ਲੇ, ਪਰ ਉਹਦਾ ਬਣੇ ਹੈ ਨਾ, ਉਹ ਹੁੰਦਾ ਅਕਿਰਤ ਘਣ। ਗੁਰਮੁਖ ਤੁਹਾਡੇ ਤੋਂ ਕੋਈ ਕੰਮ ਲਈ ਚੱਲੇ ਤੇ ਅੰਦਰੋਂ ਤੁਹਾਡਾ ਸਤਿਕਾਰ ਨਾ ਕਰੇ, ਬਾਹਰ ਜਾ ਕੇ ਇੱਥੇ ਤੁਹਾਡਾ ਹੀ ਵਿਰੋਧ ਕਰੀ ਜਾਵੇ, ਦੇਖਣ ਵਾਲਾ ਕੀ ਕਹੂ ਵੀ ਇਹ ਅਕਿਰਤ ਘਣ ਹੈ। ਸੰਸਾਰ ਵਿੱਚ ਬਹੁਤ ਨੇ, ਤੇ ਆਪੋ ਆਪਣੇ ਮਨਾਂ 'ਚ ਹੀ ਝਾਤੀ ਮਾਰ ਲਿਓ। ਗੁਰੂ ਘਰ ਤੋਂ ਅਸੀਂ ਕਿੰਨੀਆਂ ਦਾਤਾਂ ਮੰਗੀਆਂ, ਕਿਤੇ ਅਸੀਂ ਅਕਿਰਤ ਕਰਨ ਤਾਂ ਨਹੀਂ ਫਿਰਦੇ ਹਜੇ। ਗੁਰੂ ਵਾਲੇ ਬਣਨਾ ਭਾਈ, ਮਾਲਕ ਦਾ ਸਤਿਕਾਰ ਕਰਨਾ, ਤੇ ਮਹਾਰਾਜ ਕਿਰਪਾ ਕਰਨਗੇ। ਤੇਰਾ ਬਣ ਜੂ ਵਕੀਲ ਬਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਤਾਰ ਦਾ। ਤੇਰਾ ਬਣ ਜੂ ਵਕੀਲ ਬਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਤਾਰ ਦਾ। ਬਣ ਜੂ ਵਕੀਲ ਬਾਜਾਂ ਵਾਲਾ, ਅੰਮ੍ਰਿਤ ਛਕ ਲੈ ਖੰਡੇ ਤਾਰ ਦਾ। ਤੇਰਾ ਬਣ ਜੂ
ਅੰਮ੍ਰਿਤ ਛਕ ਲੈ ਖੰਡੇ ਤਾਰਦਾ ਪਿਆਰੇ ਜੀ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਪਿਆਰੇ ਜੀ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਪਿਆਰੇ ਜੀ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਪਿਆਰੇ ਜੀ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਤੇਰਾ ਬਣ ਜੂ ਵਕੀਲ ਬਾਜਾਂ ਵਾਲਾ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਤੇਰਾ ਬਣ ਜੂ ਵਕੀਲ ਬਾਜਾਂ ਵਾਲਾ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਤੇਰਾ ਬਣ ਜੂ ਵਕੀਲ ਵਾਜਾ ਵਾਲਾ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਤੇਰਾ ਬਣ ਜੂ ਵਕੀਲ ਵਾਜਾ ਵਾਲਾ ਅੰਮ੍ਰਿਤ ਛਕ ਲੈ ਖੰਡੇ ਤਾਰਦਾ ਅੰਮ੍ਰਿਤ ਛਕੋ ਸਿੰਘ ਸਜੋ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੰਪੂਰਨਤਾ ਕੀਤੀ ਹੈ। ਗੁਰੂ ਬੜੀ ਸ੍ਰਿਸ਼ਟੀ ਪਹਿਲਾਂ ਵੀ ਸਾਜੀ ਸੀ, ਗੁਰੂ ਸਾਹਿਬ ਆਪ ਹੀ ਲਿਖ ਕੇ ਗਏ ਆ ਵਿਚਿੱਤਰ ਨਾਟਕ ਵਿੱਚ। ਲਓ ਉਹਨਾਂ ਦੀ ਜ਼ੁਬਾਨੀ ਸੁਣੋ। ਪਰਮਾਤਮਾ ਨੇ ਦੁਸ਼ਟ ਦਮਨ ਨੂੰ ਹੇਮਕੁੰਟ ਸਾਹਿਬ ਤਪੱਸਿਆ ਕਰਦਿਆਂ ਹੋਇਆਂ ਕਿਉਂ ਸੰਸਾਰ ਤੇ ਭੇਜਿਆ, ਪਰਮਾਤਮਾ ਦੀ ਕੀ ਸੋਚ ਸੀ, ਉਹ ਮਹਾਰਾਜ ਨੇ ਆਪ ਦੱਸਿਆ ਹੈ। चौपई जब पहले हम श्रेष्ठ बनाई ਇਹ ਪਰਮੇਸ਼ਰ ਦੇ ਬੋਲ ਦੱਸੇ ਆ ਗੁਰੂ ਗੋਬਿੰਦ ਸਿੰਘ ਨੇ। ਜਿਹੜਾ ਪੜ੍ਹਦੇ ਹੋ ਨਾ ਅਬ ਹਮ ਆਪਣੀ ਕਥਾ ਬਖਾਨੋ, ਉਹਦੇ ਵਿੱਚ ਹੀ ਲਿਖੀ ਆ ਦੂਜੀ ਚੌਪਾਈ। ਕਹਿੰਦੇ ਮੇਰਾ ਜੀ ਨਹੀਂ ਸੀ ਕਰਦਾ ਸੰਸਾਰ ਤੇ ਆਉਣ ਨੂੰ, ਪਰ ਮੈਨੂੰ ਪਰਮਾਤਮਾ ਨੇ ਭੇਜਿਆ। ਕਿਉਂ? ਪਰਮੇਸ਼ਰ ਚਾਹੁੰਦੇ ਸੀ ਕਿ ਜਦੋਂ ਅਸੀਂ ਸ੍ਰਿਸ਼ਟੀ ਬਣਾਈ, ਪਹਿਲਾਂ ਦੈਂਤ ਰਚੇ ਸੀ, ਦੈਂਤ ਉਹਨਾਂ ਨੂੰ ਤਾਕਤ ਦਿੱਤੀ ਬਹੁਤ ਕਿ ਇਸ ਤਾਕਤ ਨਾਲ ਤੁਸੀਂ ਕੰਮ ਇਹ ਕਰਨਾ ਹੈ, ਜੇ ਕਿਸੇ ਤੇ ਜ਼ੁਲਮ ਹੁੰਦਾ ਉਹਨੂੰ ਰੋਕਣਾ ਹੈ। ਹਾਂਜੀ, दैत रचे दुष्ट दुखदाई ਕਹਿੰਦੇ ਜੇ ਕੋਈ ਗਊ ਗਰੀਬ ਨਾਲ ਧੱਕਾ ਕਰੇ, ਦੁਸ਼ਟ ਕੰਮ ਕਰੇ, ਦੁੱਖ ਦੇਵੇ ਦੂਜਿਆਂ ਨੂੰ, ਉਹਨੂੰ ਤੁਸੀਂ ਰੋਕਣਾ ਹੈ। ਪਰ ਕੰਮ ਉਲਟ ਹੋ ਗਿਆ। ते भुज बल बवरे हवै गए ਪਰਮੇਸ਼ਰ ਜੀ ਕਹਿੰਦੇ ਨੇ, ਕਹਿੰਦੇ ਜਿਹੜੇ ਦੈਂਤ ਪੈਦਾ ਕੀਤੇ ਸੀ ਨਾ ਤਾਕਤ ਦੇ ਕੇ, ਉਹ ਕਹਿੰਦੇ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਇੰਨਾ ਮਾਣ ਕਰਕੇ ਕਮਲੇ ਹੋ ਗਏ, ਜਿਵੇਂ ਹਰਨਾਕਸ਼ ਸਤਜੁਗ ਵਿੱਚ ਹੋਇਆ। ਉਹਨੂੰ ਵਰਤਾ ਪ੍ਰਮਾਤਮਾ ਨਹੀਂ ਦਿੱਤੇ ਸੀ ਕਿ ਨਾ ਅੰਦਰ ਮਰੇ ਨਾ ਬਾਹਰ ਮਰੇ, ਨਾ ਦਿਨੇ ਮਰੇ ਨਾ ਰਾਤ ਨੂੰ ਮਰੇ, ਨਾ ਧਰਤੀ ਤੇ ਮਰੇ ਨਾ ਆਕਾਸ਼ ਵਿੱਚ ਮਰੇ, ਨਾ ਕੋਈ ਮਨੁੱਖ ਮਾਰੇ ਨਾ ਕੋਈ ਜਾਨਵਰ ਮਾਰੇ, ਨਾ ਕੋਈ ਸ਼ਾਸਤਰ ਕੱਟ ਸਕੇ। ਵਰਤਾ ਇਦਾਂ ਭਗਤੀ ਕਰਕੇ ਹੀ ਲਏ ਸੀ ਉਹਨੇ ਵੀ, ਪਰ ਵਰ ਪਾ ਕੇ ਇੰਨੀ ਹਉਮੈ ਕਰ ਗਿਆ, ਕਹਿੰਦਾ ਇੱਥੇ ਕੋਈ ਰੱਬ ਨਹੀਂ, ਜੋ ਕੁਛ ਆ ਹੁਣ ਤਾਂ ਮੈਂ ਹੀ ਆ ਕਹਿੰਦਾ। ਪਰ ਪਰਮਾਤਮਾ ਦੀ ਖੇਡ ਵੇਖੋ, ਉਹਦੇ ਘਰੇ ਹੀ ਪ੍ਰਹਿਲਾਦ ਭਗਤ ਪੈਦਾ ਕਰਤਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਅਤ ਦਾ ਤੇ ਖੁਦਾ ਦਾ ਸ਼ੁਰੂ ਤੋਂ ਵੈਰ ਹੈ। ਜਿਹੜਾ ਬਾਰ-ਬਾਰ ਤੁਹਾਨੂੰ ਕਹਿੰਦੇ ਆ ਨਾ ਵੀ ਭਜਨ ਕਰੋ, ਆਪਾਂ ਜਿੰਨਾ ਸਿਮਰਨ ਕਰਾਂਗੇ ਉਨੀ ਸਾਡੀ ਚੜ੍ਹਦੀ ਕਲਾ ਹੋਣੀ। ਜਦੋਂ ਅਰਦਾਸ ਦੀ ਸਮਾਪਤੀ ਹੋਈ, ਕਿਹਾ ਨਾ ਨਾਨਕ ਨਾਮ ਚੜ੍ਹਦੀ ਕਲਾ। ਜਿਹੜਾ ਨਾਮ ਗੁਰੂ ਸਾਹਿਬ ਸਾਨੂੰ ਦੇ ਗਏ ਉਹ ਹੈ ਵਾਹਿਗੁਰੂ, ਵਾਹਿਗੁਰੂ ਦਾ ਜਾਪ ਗੁਰੂ। ਇਹ ਗੁਰਮੰਤਰ ਹੈ ਸਾਡਾ। ਕੋਸ਼ਿਸ਼ ਕਰੋ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਪੜ੍ਹਨੀ ਸਿੱਖੋ। ਜੇ ਨਹੀਂ ਵੀ ਆਉਂਦੀ ਪੜ੍ਹਨੀ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰੋ। ਇਹਦੇ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ। ਸਾਡੀ ਯਾਦਦਾਸ਼ਤ ਵੱਧਦੀ ਹੈ, ਸਾਡੇ ਅੰਦਰੋਂ ਗਿਆਨ ਇਹ ਜਿਹਾ ਪੈਦਾ ਹੁੰਦਾ ਹੈ ਜਿਹਦੇ ਨਾਲ ਸੰਸਾਰ ਦਾ ਭਲਾ ਹੋ ਸਕੇ। ਤੇ ਚਾਹੇ ਘਰ-ਬਾਰ ਬਣਾ ਲਓ, ਜਿੰਨਾ ਮਰਜ਼ੀ ਪੜ੍ਹ ਲਿਖ ਜੋ, ਜਿੰਨਾ ਮਰਜ਼ੀ ਪੈਸਾ ਜੋੜ ਲਈਏ,
कथा कीर्तन सिख लो, पर संसार ने चंगा नहीं समझना जिन्ना चिर तुसी संसार नू कोई चंगी चीज ना दे सके। आखो सतनाम श्री वाहेगुरु। साडे पढ़न लिखण दा, कमाइयां करन दा, ज्ञान इकट्ठा करन दा फेर ही फायदा ना, समाज दा कुछ भला कर सकी। ਇਹ ਗੁਰੂ ਪਾਤਸ਼ਾਹ ਕਿਰਪਾ ਕਰਨ ਤਾਂ ਹੀ ਸਮਰੱਥਾ ਆਉਂਦੀ ਹੈ ਗੁਰੂ। ਤੇ ਇਤਿਹਾਸ ਵਿੱਚ ਦੋ ਹੀ ਜਣੇ ਐ, ਜਾਂ ਤਾਂ ਉਹਨਾਂ ਬਾਰੇ ਲਿਖਤਾਂ ਲਿਖੀਆਂ ਜਿਨ੍ਹਾਂ ਨੇ ਲੁੱਟਿਆ ਗੁਰਮੁਖੋ, ਜਿੰਨਾ ਕੋਈ ਜ਼ਿਆਦਾ ਲੁੱਟ ਗਿਆ ਉਹਦੇ ਬਾਰੇ ਉਹਨਾਂ ਹੀ ਕਿਤਾਬਾਂ 'ਚ ਵੱਧ ਲਿਖਿਆ, ਤੇ ਜਾਂ ਫਿਰ ਉਹ ਨੇ ਪਹਿਲੇ ਦਰਜੇ ਦੇ ਜਿਨ੍ਹਾਂ ਨੇ ਲੁੱਟਿਆ ਨਹੀਂ, ਦੇਸ਼ ਕੌਮ ਦੇ ਭਲੇ ਲਈ ਲੁਟਾਇਆ ਹੀ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੋਰ ਵਿੱਚ ਵਿਚਾਲੇ ਵਾਲੀ ਦੀ ਤਾਂ ਗੱਲ ਹੀ ਕੋਈ ਨਹੀਂ ਗੁਰੂ। ਤੇ ਆਪਾਂ ਲੁੱਟਣ ਵਾਲਿਆਂ 'ਚ ਨਹੀਂ ਆਉਣਾ। ਜੋ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਉਹ ਸੰਸਾਰ ਦੇ ਭਲੇ ਲਈ ਲਾਓ ਭਾਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹੀ ਗੁਰੂਆਂ ਦੀ ਸੋਚ ਹੈ। ਪਰਮੇਸ਼ਰ ਕਹਿੰਦੇ ਦੈਂਤ ਪਹਿਲਾਂ ਵੀ ਪੈਦਾ ਕੀਤੇ, ਤਾਕਤ ਦੇਤੀ, ਪਰ ਉਹ ਆਪਣੀਆਂ ਭੁਜਾਂ ਦੇ ਬਲ ਕਰਕੇ ਕਮਲੇ ਹੋ ਗਏ। ਪੂਜਤ ਪਰਮ ਪੁਰਖ ਰਹਿ ਗਏ। ਉਹ ਕਹਿੰਦੇ ਸੀ ਵੀ ਸਾਡੀ ਹੋਈ ਪੂਜਾ ਕਰੋ, ਇੱਥੇ ਕੋਈ ਰੱਬ ਨਹੀਂ ਹੈ। ਫਿਰ ਵੇਖ ਲਓ, ਹਰਨਾਕਸ਼ ਦਾ ਜ਼ਿਕਰ ਕਰ ਰਹੇ ਸੀ ਆਪਾਂ। ਹਰਨਾਕਸ਼ ਦਾ ਵਧ ਕੀਤਾ, ਪ੍ਰਹਿਲਾਦ ਦੀ ਪਰਮਾਤਮਾ ਨੇ ਰੱਖਿਆ ਕੀਤੀ, ਕਿਉਂਕਿ ਤਾਕਤ ਲੈ ਕੇ ਉਹ ਗਲਤ ਇਸਤੇਮਾਲ ਕਰਦਾ ਸੀ। ਚਾਹੇ ਕੋਈ ਪੰਚ ਹੈ, ਸਰਪੰਚ ਹੈ, ਘਰੇਲੂ ਜ਼ਿੰਦਗੀ ਜਿਉਂਦੇ ਹੋ, ਕੋਈ ਮੁੱਖ ਮੰਤਰੀ ਹੈ, ਕੋਈ ਐਮਐਲਏ ਹੈ, ਕੋਈ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਧਾਰਮਿਕ ਆਗੂ ਹੈ, ਗ੍ਰੰਥੀ ਸਿੰਘ ਹੈ, ਸੇਵਾਦਾਰ ਹੈ, ਜਥੇਦਾਰ ਹੈ, ਕਿਸੇ ਨੂੰ ਵੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਦਿਨ ਦਿਹਾੜੇ ਮਨਾਉਣੇ ਸਫਲ ਹੋ ਜਾਣਗੇ, ਆ ਗੱਲਾਂ ਪੱਲੇ ਬੰਨਣੀਆਂ ਭਾਈ। ਮਹਾਰਾਜ ਕਹਿੰਦੇ ਬਹੁਤ ਪੈਦਾ ਕੀਤੇ ਸੀ, ਪਰ ਉਹ ਆਪ ਹੀ ਪਰਮ ਪੁਰਖ ਬਣ ਕੇ ਬਹਿ ਗਏ, ਪਰਮਾਤਮਾ ਨੂੰ ਭੁੱਲ ਹੀ ਗਏ। ਤੇ ਹਮ ਤਮਕ ਤਨਕ ਮੋਖ ਪੇ। ਪਰਮਾਤਮਾ ਕਹਿੰਦਾ ਫਿਰ ਜਦੋਂ ਸ੍ਰਿਸ਼ਟੀ ਨੂੰ ਦੇਣ ਲੱਗੇ ਨਾ ਦੁੱਖ, ਜਿਵੇਂ ਹਰਨਾਕਸ਼ ਨੇ ਪ੍ਰਹਿਲਾਦ ਨੂੰ ਬਹੁਤ ਦੁੱਖ ਦਿੱਤੇ, ਤੇ ਜਿਹੜਾ ਆਪਦੇ ਪੁੱਤ ਦਾ ਨਹੀਂ ਬਣਿਆ ਹੋਰਾਂ ਨਾਲ ਕੀ ਕਰਦਾ ਹੋਊਗਾ। ਸੋਚ ਸਕਦੇ ਹੋ ਨਾ ਤੁਸੀਂ, ਸਿਆਣੇ ਬੈਠੇ। ਮਹਾਰਾਜ ਕਹਿੰਦੇ ਫਿਰ ਉਹ ਸਾਨੂੰ ਮਾਰਨੇ ਪਏ। ਤਿੰਨ ਕੀ ਠੌਰ ਦੇਵਤਾ ਥਾਪੇ। ਕਹਿੰਦੇ ਫਿਰ ਉਹਦੋਂ ਬਾਅਦ ਪਰਮੇਸ਼ਰ ਕਹਿੰਦੇ ਅਸੀਂ ਦੇਵਤੇ ਵੀ ਪੈਦਾ ਕੀਤੇ। ਤੇ ਭੀ ਬਲ ਪੂਜਾ ਉਰ ਜਾਏ। ਕਹਿੰਦੇ ਉਹ ਜਿਹੜੇ ਦੇਵਤੇ ਪੈਦਾ ਕੀਤੇ ਸੀ, ਤਾਕਤ ਉਹਨਾਂ ਨੂੰ ਵੀ ਦਿੱਤੀ, ਪਰ ਉਹ ਆਪਣੀ ਪੂਜਾ ਕਰਾਉਣ ਚ ਉਲਝ ਗਏ। ਆਪਨ ਹੀ ਪਰਮੇਸ਼ਰ ਕਹਾਏ। ਉਹ ਜਿਹੜੇ ਦੇਵਤੇ ਸੀ ਉਹ ਕਹਿੰਦੇ ਅਸੀਂ ਹੀ ਰੱਬ। ਇੱਕ ਗੱਲ ਆਪਣੇ ਗੁਰੂਆਂ ਦੀ ਜ਼ਰੂਰ ਯਾਦ ਰੱਖਿਓ, ਸਭ ਕੁਝ ਕਹਿ ਕੇ ਵੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਹੋਰ ਕੀਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ। ਨਾਨਕ ਕਿਆ ਵਿਚਾਰੇ। ਇੰਨੀ ਨਿਮਰਤਾ ਹੈ, ਕਿੰਨਾ ਗਿਆਨ ਦੇਤਾ, ਫਿਰ ਵੀ ਆਪਣੇ ਆਪ ਨੂੰ ਨੀਵਾਂ ਸਮਝਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇਸ਼ ਕੌਮ ਵਾਸਤੇ ਕਿੱਡੀ ਕੁਰਬਾਨੀ ਕੀਤੀ, ਫਿਰ ਵੀ ਕਹਿੰਦੇ ਨੇ ਮੈਨੂੰ ਰੱਬ ਨਾ ਕਹੋ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਵੇਖਣ ਆਇਓ ਜਗਤ ਤਮਾਸ਼ਾ। ਕਹਿੰਦੇ ਮੈਂ ਤਾਂ ਪਰਮ ਪੁਰਖਾਂ ਦਾ ਦਾਸ ਹਾਂ। ਆਹ ਗੱਲ ਪੱਲੇ ਬੰਨਣੀ, ਨਿਮਰਤਾ ਹੈ। ਪਰ ਪ੍ਰਮਾਤਮਾ ਇੱਥੇ ਦੱਸ ਰਿਹਾ ਹੈ, ਕਹਿੰਦੇ ਦੁਸ਼ਟ ਦਮਨ ਨੂੰ ਤਾਂ ਸੰਸਾਰ 'ਚ ਭੇਜਿਆ। ਪਹਿਲਾਂ ਜਿਹੜੇ ਵੀ ਆਏ ਸੀ ਉਹ ਆਪ ਦੀ ਪੂਜਾ ਕਰਵਾਉਣ ਵਿੱਚ ਉਲਝ ਗਏ, ਆਪਣੇ ਆਪ ਨੂੰ ਰੱਬ ਸਮਝ ਬੈਠੇ। ਮਹਾਦੇਵ ਅਚੁੱਤ ਕਹਾਇਓ। ਅੱਗੇ ਕਹਿੰਦੇ ਮਹਾਦੇਵ ਪੈਦਾ ਕੀਤਾ, ਜਿਹਨੂੰ ਸ਼ਿਵਜੀ ਭਗਵਾਨ ਕਿਹਾ ਜਾਂਦਾ ਹੈ, ਪਰ ਉਹ ਵੀ ਜ਼ਿਆਦਾਤਰ ਜ਼ਿੰਦਗੀ ਗੁਰਮੁਖ ਪਿਆਰਿਓ ਆਪਣੇ ਪਰਿਵਾਰਕ ਮੋਹ 'ਚ ਹੀ ਫਸ ਕੇ ਰਹਿ ਗਏ ਤੇ ਆਪਦੇ ਪੁੱਤ ਦਾ ਕਤਲ ਕਰਦੇ ਰਹਿ ਗਏ। ਚਲੋ ਉਹਨਾਂ ਦੀ ਮਰਿਆਦਾ ਸੀ, ਜੋ ਹੋਇਆ ਉਹ ਜਾਣਨ, ਪਰ ਇੱਥੇ ਮਹਾਰਾਜ ਕਹਿੰਦੇ ਉਹ ਵੀ
ਸੰਸਾਰ ਦਾ ਭਲਾ ਠੀਕ ਤਰ੍ਹਾਂ ਨਾ ਕਰ ਸਕੇ। ਬਿਸ਼ਨ ਆਪ ਹੀ ਕੋ ਠਹਿਰਾਇਓ। ਕਹਿੰਦੇ ਵਿਸ਼ਨੂੰ ਜੀ ਵੀ ਪੈਦਾ ਕੀਤੇ, ਪਰ ਉਹ ਕਹਿੰਦੇ ਜਿਹੜਾ ਮੇਰੀ ਪੂਜਾ ਕਰੂ ਉਹਨੂੰ ਦਿਉ ਸੁੱਖ, ਤੇ ਜਿਹੜਾ ਮੈਨੂੰ ਨਹੀਂ ਪੂਜਦਾ ਉਹਦੇ ਤੇ ਕ੍ਰੋਧਵਾਨ ਹੋ ਜਾਂਦੇ। ਬ੍ਰਹਮਾ ਆਪ ਪਾਰ ਬ੍ਰਹਮ ਬਖਾਨਾ। ਕਹਿੰਦੇ ਬ੍ਰਹਮਾ ਨੂੰ ਵੀ ਤਾਕਤ ਬਹੁਤ ਦਿੱਤੀ, ਪਰ ਉਹ ਵੀ ਆਪਣੇ ਆਪ ਨੂੰ ਪਾਰ ਬ੍ਰਹਮ ਮੰਨ ਕੇ ਬਹਿ ਗਏ। ਜੀਵਨ ਪੜ੍ਹ ਕੇ ਦੇਖ ਲਿਓ, ਲਓ ਇਹ ਸ਼ਬਦ ਤਾਂ ਵੱਡਾ ਹੈ, ਪਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਨਾ ਹੈ। ਇਹ ਤਾਂ ਆਉਣਾ ਪਿਆ ਕਿਉਂਕਿ ਜਿੰਨੇ ਪਹਿਲਾਂ ਪੈਦਾ ਕੀਤੇ ਸੀ ਉਹਨਾਂ ਦੇ ਜੀਵਨ ਵਿੱਚ ਬਹੁਤ ਕੰਮ ਐਸੇ ਸੀ ਜਿਨ੍ਹਾਂ ਨੂੰ ਦੁਨੀਆ ਤੋਂ ਗਲਤ ਸਿੱਖਿਆ ਮਿਲ ਰਹੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਦੁਸ਼ਟ ਦਮਨ ਜੀ ਨੂੰ ਭੇਜਿਆ। ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਮਾਤਾ ਗੁਜਰੀ ਜੀ ਜਿਹੜੇ ਬਾਅਦ ਚ ਅੰਮ੍ਰਿਤ ਛਕ ਕੇ ਗੁਜਰ ਕੌਰ ਬਣੇ, ਇਹ ਪਹੁੰਚੇ ਨੇ ਚੱਲਦੇ ਚੱਲਦੇ ਦੇਸ਼ ਦਾ ਰਟਨ ਕਰਦੇ ਹੋਏ ਪ੍ਰਾਗਰਾਜ। ਗੰਗਾ, ਜਮਨਾ ਤੇ ਸਰਸਵਤੀ ਤਿੰਨ ਨਦੀਆਂ ਦਾ ਮੇਲ ਹੁੰਦਾ, ਤਾਂ ਹੀ ਉਹਨੂੰ ਕਿਹਾ ਜਾਂਦਾ ਪ੍ਰਾਗਰਾਜ। ਤੇ ਪ੍ਰਾਗਰਾਜ ਹੈ ਕਿੱਥੇ ਭਲਾ? ਉਹ ਹੈ ਇਲਾਹਾਬਾਦ ਗੁਰਮੁਖ। ਪਹਿਲਾਂ ਪ੍ਰਾਗਰਾਜ ਹਿੰਦੂਆਂ ਨੇ ਨਾਮ ਰੱਖਿਆ, ਜਦੋਂ ਮੁਸਲਮਾਨਾਂ ਦਾ ਕਬਜ਼ਾ ਸੀ ਉਹਨਾਂ ਨੇ ਅੱਲਾ ਦੇ ਨਾਂ ਤੇ ਇਲਾਹਾਬਾਦ ਰੱਖ ਲਿਆ। ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ 1 ਮਹੀਨਾ ਰਹੇ। ਲੋੜਵੰਦਾਂ ਨੂੰ ਬਹੁਤ ਕੁਝ ਵੰਡਿਆ, ਭੁੱਖ ਨਿਵਰਤ ਕੀਤੀ ਸੰਸਾਰ ਦੀ। ਉਦੋਂ ਬਾਅਦ ਆਏ ਸੀ ਪਟਨਾ ਸਾਹਿਬ ਦੀ ਧਰਤੀ ਤੇ। ਇੱਥੇ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਚਰਨ ਪਾਏ ਸੀ। ਉਹਨਾਂ ਦੇ ਬਚਨ ਸੀ, ਜੈਤਿਆ ਜੈਤਾ ਮਲ ਸੇਠ ਉੱਥੇ ਰਹਿੰਦਾ ਹੁੰਦਾ, ਤੇਰੀ ਮੁਕਤੀ ਨੌਵੇਂ ਜਾਮੇ ਚ ਕਰਾਂਗੇ। ਗੁਰੂ ਤੇਗ ਬਹਾਦਰ ਜੀ ਨੇ ਜੈਤਾ ਮਲ ਸੇਠ ਦੀ ਮੁਕਤੀ ਵੀ ਕੀਤੀ, ਤੇ ਜਿਹੜੀ ਸਾਲਸਰਾਏ ਜੌਹਰੀ ਦੀ ਸੇਵਾ ਸੀ ਉਹ ਤੋਂ ਖੁਸ਼ ਹੋ ਕੇ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਸੀ, ਅਸੀਂ ਨੌਵੇਂ ਜਾਮੇ ਤੇਰੇ ਘਰ ਆਵਾਂਗੇ, 10ਵਾਂ ਜਾਮਾ ਤੇਰੇ ਘਰੋਂ ਪ੍ਰਗਟ ਹੋਊ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆ ਸੇਵਾ ਕਰਿਆ ਕਰੋ ਗੁਰਮੁਖੋ। ਮਰਦਾਨੇ ਨੂੰ ਭੇਜਿਆ ਸੀ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਵੱਟੀ ਦੇ ਕੇ, ਕਹਿੰਦੇ ਆ ਵੇਚ ਆ। ਗਿਆ ਤਾਂ ਬਹੁਤ ਦੁਕਾਨਾਂ ਤੇ, ਪਰ ਕਿਸੇ ਨੇ ਕਦਰ ਨਹੀਂ ਸੀ ਪਾਈ। ਸਾਲਸਰਾਏ ਜੌਹਰੀ ਸੀ ਜਿਹਨੇ ਪਰਖ ਲਿਆ ਵੀ ਇਹ ਤਾਂ ਬਹੁਤ ਕੀਮਤੀ ਲਾਲ ਹੈ, ਖਰੀਦ ਤਾਂ ਮੈਂ ਸਕਦਾ ਨਹੀਂ, ਪਰ ਮੈਨੂੰ ਦਰਸ਼ਨ ਹੋ ਗਏ ਇੰਨਾ ਹੀ ਬਹੁਤ ਹੈ। 100 ਟਕਾ ਉਸ ਵੇਲੇ ਦਾ ਦਰਸ਼ਨੀ ਭੇਟਾ ਦਿੱਤੀ ਸੀ। ਤੇ ਗੁਰੂ ਨਾਨਕ ਪਾਤਸ਼ਾਹ ਖੁਸ਼ ਕਿਉਂ ਹੋਏ ਭਲਾ? ਕਿਉਂਕਿ ਮਰਦਾਨੇ ਨੂੰ ਵੀ ਨਹੀਂ ਦੱਸਿਆ ਵੀ ਇਹ ਲਾਲ ਹੈ। ਕਹਿੰਦੇ ਪਟਨੇ ਦੇ ਵਿੱਚ ਇਹ ਇਕੱਲਾ ਹੀ ਸੱਚਾ ਬੰਦਾ ਹੈ, ਜੇ ਚਾਹੁੰਦਾ ਥੋੜੀ ਬਹੁਤੀ ਮਾਇਆ ਦੇ ਕੇ ਲਾਲ ਰੱਖ ਵੀ ਸਕਦਾ ਸੀ, ਪਰ ਉਹਨੇ ਸੱਚ ਸਚਾਈ ਤੇ ਪਹਿਰਾ ਦਿੱਤਾ। ਮੇਰੇ ਮਹਾਰਾਜ ਖੁਸ਼ ਹੋ ਗਏ। ਉਹਨਾਂ ਨੂੰ ਮੰਜੀ ਵੀ ਬਖਸ਼ੀ ਸੀ। ਸੁਨਾਰ ਟੋਲੀ ਗੁਰਦੁਆਰਾ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਲਸਰਾਏ ਨੇ ਬੈਠ ਕੇ ਬਚਨ ਕੀਤੇ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਉਹਨੂੰ ਬਚਨ ਕੀਤਾ ਸੀ ਆਵਾਂਗੇ 10ਵੇਂ ਜਾਮੇ ਘਰੋਂ ਤੇਰੇ ਪ੍ਰਗਟ ਹੋਣਾ, ਤੇ ਉਹ ਬਚਨ ਪੂਰਾ ਕੀਤਾ। ਆਪੋ ਸੁਦੀ 7ਵੀਂ ਉਦੋਂ ਸੀ 22 ਦਸੰਬਰ। ਤੇ ਸਾਧ ਸੰਗਤ ਜੀ, ਐਤਵਾਰ ਦਾ ਦਿਨ ਮਾਤਾ ਗੁਜਰ ਕੌਰ ਦੀ ਪਾਵਨ ਕੁੱਖੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਟਨਾ ਸਾਹਿਬ ਦੇ ਵਿੱਚ ਸਾਲਸਰਾਏ ਜੌਹਰੀ ਦੀ ਹਵੇਲੀ ਵਿਖੇ ਅਵਤਾਰ ਧਾਰਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਮੇਰੇ ਸਤਿਗੁਰ ਜਿੱਥੇ ਪ੍ਰਗਟ ਹੋਏ ਉਹ ਸਾਲਸਰਾਏ ਦਾ ਘਰ ਸੀ, ਤੇ ਹੁਣ ਉਹਨੂੰ ਕਿਹਾ ਜਾਂਦਾ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ। ਇਹ ਜ਼ਰੂਰ ਯਾਦ ਰੱਖਿਓ ਤੇ ਬੱਚਿਆਂ ਨੂੰ ਦੱਸਿਆ ਕਰੋ ਇਹ ਗੱਲਾਂ। ਇੱਕ ਤਾਂ ਸ੍ਰੀ ਹਰਮੰਦਰ ਸਾਹਿਬ ਬਣਿਆ ਅੰਮ੍ਰਿਤਸਰ ਦੇ ਵਿੱਚ, ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ। ਤੇ ਪਟਨਾ ਸਾਹਿਬ ਜਿਹੜਾ ਤਖਤ ਹੈ ਨਾ, ਉਹ ਤਖਤ ਸਾਹਿਬ ਦਾ ਨਾਮ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ, ਪੂਰਾ ਨਾਮ।
ਉੱਥੇ ਮੇਰੇ ਸਤਿਗੁਰ ਆ ਕੇ ਅਵਤਾਰ ਧਾਰਦੇ ਐ। ਲਓ ਸਾਰੀ ਸੰਗਤ ਬੋਲਿਓ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਮਸਤੀ ਦੇ ਵਿੱਚ ਹਵਾ ਹਲੂਣੇ ਦਿੰਦੀ ਫਿਰੇ ਦਰਖਤਾਂ ਨੂੰ। ਆ ਗਿਆ ਅੱਜ ਹਲਾਵਣ ਵਾਲਾ ਜ਼ੁਲਮ ਰਾਜ ਦੇ ਤਖਤਾਂ ਨੂੰ। ਲੱਗੇ ਹੱਸਣ ਫੁੱਲ ਪਾਉਣ ਗਿੱਧਾ ਪੱਤ ਝੁਕ ਝੁਕ ਵਾਂਗ ਕਵਾਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਗੁਰੂ ਗੋਬਿੰਦ ਸਿੰਘ ਪ੍ਰਗਟ ਹੋਏ ਪਟਨਾ ਸਾਹਿਬ ਵਿੱਚ ਆਣ ਕੇ। ਵਧਾਈਆਂ ਸਾਰੀ ਸੰਗਤ ਨੂੰ, ਵਧਾਈਆਂ ਸਾਰੀ ਸੰਗਤ ਨੂੰ। ਸਾਰੀ ਸੰਗਤ ਨੂੰ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਮੇਰੇ ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਮੇਰੇ ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਮੇਰੇ ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਮੇਰੇ ਸਤਿਗੁਰ ਦੇ ਅਵਤਾਰ ਦੀਆਂ ਵਧਾਈਆਂ ਸਾਰੀ ਸੰਗਤ ਨੂੰ। ਵਧਾਈਆਂ ਸਾਰੀ ਸੰਗਤ ਨੂੰ। ਮੇਰੇ ਸਤਿਗੁਰ ਨੇ ਅਵਤਾਰ ਧਾਰਿਆ ਤੇ ਦਿਨ ਚੜ੍ਹਦੇ ਦੇ ਨਾਲ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਦੇ ਮਾਤਾ ਜੀ ਨੇ ਬਹੁਤ ਖੁਸ਼ੀ ਮਨਾਈ। ਧੰਨ ਮਾਤਾ ਗੁਜਰ ਕੌਰ ਜੀ ਬੜੇ ਖੁਸ਼ ਹੋਏ। ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿਉਂਕਿ 34 ਸਾਲਾਂ ਬਾਅਦ ਪੁੱਤਰ ਦਾ ਮੁਖ ਵੇਖਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬੜੀ ਖੁਸ਼ੀ ਹੋਈ। ਉੱਥੇ ਫਿਰ ਭਜਨ ਪਾਠ ਵੀ ਹੋਏ ਤੇ ਪਟਨਾ ਸ਼ਹਿਰ ਦੇ ਵਾਸੀਆਂ ਵਾਸਤੇ ਖੁੱਲੇ ਲੰਗਰ ਵੀ ਚੱਲੇ। ਗੁਰੂ ਬਸਤਰ ਮਾਇਆ ਗੁੜ ਮਠਿਆਈਆਂ ਵੰਡੀਆਂ ਬਹੁਤ। ਅਰਸ਼ਾਂ ਦੇ ਵਿੱਚੋਂ ਦੇਵਤਿਆਂ ਨੇ ਆ ਕੇ ਫੁੱਲਾਂ ਦੀ ਵਰਖਾ ਕੀਤੀ ਤੇ ਪਟਨਾ ਸਾਹਿਬ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਫੈਲ ਗਈਆਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਧਰੋਂ ਫਿਰ ਕਢਾਮ ਪਿੰਡ ਦਾ ਰਹਿਣ ਵਾਲੇ ਮਹਾਪੁਰਸ਼ ਭੀਖਮ ਸ਼ਾਹ ਫਕੀਰ ਮੁਸਲਮਾਨ, ਇਹਨਾਂ ਨੂੰ ਵੀ ਆਕਾਸ਼ਬਾਣੀ ਹੋਈ। ਇਹ ਵੀ ਆਪਣੇ ਸੇਵਕਾਂ ਨੂੰ ਲੈ ਕੇ ਗਏ ਸੀ ਪਟਨਾ ਸਾਹਿਬ ਕਿ ਸਾਨੂੰ ਉਹ ਸਾਹਿਬਜ਼ਾਦੇ ਦੇ ਦਰਸ਼ਨ ਕਰਵਾਓ।
परिवार ने पहला तो देता सी जवाब, पर भीखम शाह फकीर जदों भुखे तिहाए द्वारे ते बह गए ना, कहंदे सानू पता भी इत्थे अल्लाह है, असी दर्शन करे बिना नहीं जाना। भुखे तिहाए बैठे रहे, कोई जिद नहीं कीती। फिर परिवार ने राय कीती सी भी चलो दर्शन करवा दिन्ने आ। भीखम शाह फकीर नूं आग्या देती भी कल नूं तुहानूं दर्शन करावांगे। समय अनुसार तैयारी करके विहड़े दे विच चाननी ला के सतगुर नूं सजाया गया ते कहता भी आ जाओ भीखम शाह जी दर्शन कर लो। भीखम शाह 2 कुज्जे लैके आया, एक दे विच दुध, एक दे विच पानी। जदों दोवें कुज्जे गुरु महाराज दे अगे कीते ते मालक दी उम्र भावें नियाणी सी हजे, मेरे सतगुर ने दोनों कुज्जियां ते हथ धरे। भीखम शाह फकीर वल तक्या, फिर हथ पिछे करके माता जी दी गोद च जा बैठे। ते भीखम शाह फकीर खुशी च नट उठिया, कहंदा सुभान अल्लाह सुभान अल्लाह, धन्नो तुसी धन्नो तुसी। चेले कहंदे जी सानू भी दसो ये की खेड वापरी। ते भीखम शाह फकीर जी ने कहा सी, चेलिओ मैं तां वेखना चाहुंदा सी कि जिहड़ा ये अवतार प्रगट होया ये हिंदुआं दी राखी करू जां मुसलमानां दी। पर इस अवतार ने दोने कुज्जियां ते हथ धर के मैनू रमज समझाती कि दोवें धर्मां दा साझा रहबर है। आखो सतनाम श्री वाहेगुरु। पर एक गल कहंदा तुहानूं दसां, जदों दोने कुज्जियां दे उत्ते इन्हां ने हथ धरे, मैनू कुज्जियां दे विचाले एक जोत जगदी नजर आई। आउण वाला समा आएगा ये कोई तीजा मजहब धर्म भी चलाउणगे। आखो सतनाम श्री वाहेगुरु। आ जिहड़ा खालसा पंथ साजे है ना गुरमुखो, बियोंत तां शुरू तो ही चली सी। बाबा जी बैठे आ ग्रंथी सिंह सूझवान सियाणे ने, 12 ते वधीक पढ़ो गुरु ग्रंथ साहिब दी बाणी गुरनी। ਉਹਦੇ ਵਿੱਚ गुरु नानक पातशाह ने लिखता सी भी जो तो प्रेम खेलन का चाओ, सिर धर तली गली मोरी आओ। ये महाराज पहले पातशाह दे वचन। सोच ਉਹ ਸੀ पर संपूर्ण करन तक 10 शरीर धारने पए। आखो सतनाम श्री वाहेगुरु। जिवें तुसीं घर बनाउने हो जां आह गुरु महाराज दा पावन दरबार साहिब सजिया, इट्टां नाल ढांचा खड़ा करन वाले मिस्त्री होर सी, फिर टाइलां वाले रंग रोग नाले होर आए, बिजली फिटिंग वाले होर आए, दरियां चादरां दी सैटिंग वास्ते होर बुलाए, कई कारीगर लगे ना इनू। इसे तरह सिੱਖੀ ਦਾ महल तैयार करने वास्ते गुरुआं नूं भी 10 शरीर धारने पए। आखो सतनाम श्री वाहेगुरु। ये तां महल तैयार होया, संपूर्णता बख्शी गुरु गोबिंद सिंह साहब ने। ते हुण पटना साहिब दा जिक्र चल रहा है। जदों सतगुर प्रगट होए, भीखम शाह फकीर ने दस्सिया सी, कहंदे अल्लाह प्रगट हो गया, ਜਿਹੜਾ हिंदू मुसलमाना की राखी करू। एक उथे पंडित शिवदत्त जी भी सी, जिहदा सतगुर प्रसाद चक के खा जाते। एक दिन उन्हें घरे शिकायत करती। माता जी ने जदों महाराज नूं झिड़किया, सतगुर दूजे दिन फिर चले गए। कहंदे पंडित जी नाले तां रोज आरतियां करदे हो ते नाले साडे घरे शिकायत करदे हो। ते पंडित शिवदत्त जी कहंदे काका मेरा प्रसाद क्यों चक के खादा? महाराज कहंदे धरदा कादे वास्ते है? कहंदा धरदा तां किते राम जी आके भोग ला जाण। महाराज कहंदे ओ तां तैथों वख नहीं, पर तेरी वेखण वाली अख नहीं है। वेखां भला साडे वल। जदों पंडित शिवदत्त ने ध्यान नाल तक्किया, कदे तां बाल गोबिंद राय दिखते हैं,
ਤੇ ਕਦੇ ਫਿਰ ਇਹਨੂੰ ਸ੍ਰੀ ਰਾਮਚੰਦਰ ਜੀ ਦਿਸਦੇ ਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਉਹ ਵੀ ਫਿਰ ਪੂਜਨੀਕ ਮਹਾਤਮਾ ਸੀ ਪੰਡਤ ਸ਼ਿਵਦੱਤ। ਉਹਦੇ ਕੋਲੇ ਬਹੁਤ ਦੁਨੀਆ ਆਉਂਦੀ ਸੀ, ਸਾਡਾ ਕੰਮ ਨਹੀਂ ਚੱਲਦਾ, ਆਹ ਕਰੋ ਉਹ ਕਰੋ, ਪਾ ਦੱਸੋ ਕੋਈ। ਪਰ ਜਦੋਂ ਤੋਂ ਪੰਡਤ ਸ਼ਿਵਦੱਤ ਨੂੰ ਮਹਾਰਾਜ ਦੇ ਦਰਸ਼ਨ ਹੋ ਗਏ, ਫਿਰ ਉਹ ਸਭ ਨੂੰ ਕਹਿਣ ਲੱਗ ਗਿਆ ਸੀ, ਕਹਿੰਦਾ ਹੁਣ ਮੇਰੇ ਕੋਲੇ ਆਉਂਦੇ ਤਾਂ ਜ਼ਰੂਰ ਹੋ, ਪਰ ਜੇ ਕੁਛ ਚਾਹੀਦਾ ਮਾਤਾ ਗੁਜਰੀ ਦੇ ਲਾਲ ਅੱਗੇ ਬੇਨਤੀ ਕਰੋ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਥੋਂ ਤੱਕ ਇਤਿਹਾਸ ਦੱਸਦਾ ਹੈ, ਫਤਿਹ ਸ਼ਾਹ ਰਾਜਾ, ਉਹਦੀ ਰਾਣੀ ਦਾ ਨਾਂ ਸੀ ਵਸੰਬਰਾ, ਉਹਨੂੰ ਰਾਣੀ ਮੈਣੀ ਵੀ ਆਖਿਆ ਜਾਂਦਾ ਸੀ। ਉਹਨਾਂ ਦੇ ਵੀ ਔਲਾਦ ਨਹੀਂ ਸੀ। ਪੰਡਤ ਜੀ ਦੇ ਕਹੇ ਅਨੁਸਾਰ ਬਹੁਤ ਯਤਨ ਕੀਤੇ ਸੀ, ਪਰ ਪੰਡਤ ਸ਼ਿਵਦੱਤ ਜੀ ਨੇ ਉਹਨਾਂ ਨੂੰ ਵੀ ਕਿਹਾ ਸੀ ਕਿ ਜੇ ਪੁੱਤਰ ਚਾਹੀਦਾ ਤੁਸੀਂ ਬਾਲਾ ਪ੍ਰੀਤਮ ਨੂੰ ਯਾਦ ਕਰਿਆ ਕਰੋ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਹੁਣ ਵੀ ਭਾਈ ਦੇਖੋ ਸਮਾਂ ਕਲਯੁਗ ਦਾ ਹੈ, ਮਰਜ਼ੀ ਤਾਂ ਤੁਹਾਡੀ ਹੈ, ਤੁਸੀਂ ਕਿਹੜੇ ਪਾਸੇ ਜਾਣਾ, ਪਰ ਜੇ ਫਾਇਦਾ ਛੇਤੀ ਚਾਹੁੰਦੇ ਹੋ, ਸਾਡਾ ਭਲਾ ਹੋਵੇ, ਤਾਂ ਹੁਣ ਮੌਜੂਦਾ ਦੁਨੀਆ ਨੂੰ ਤਾਰਨ ਦੀ ਡਿਊਟੀ ਗੁਰੂ ਗ੍ਰੰਥ ਸਾਹਿਬ ਦੀ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਜਿਵੇਂ ਆਪਾਂ ਲੀਡਰ ਚੁਣ ਕੇ ਭੇਜੀਦੇ ਆ, ਪੰਚ ਸਰਪੰਚ ਬਣਾਉਂਦੇ ਹੋ, ਵੱਜਦੇ ਤਾਂ ਪੁਰਾਣੇ ਵੀ ਹੈ, ਪਰ ਮੋਹਰ ਤਾਂ ਮੌਜੂਦਾ ਦੀ ਲੱਗਦੀ ਹੈ ਨਾ। ਇਸੇ ਤਰ੍ਹਾਂ ਧਾਰਮਿਕ ਤੌਰ ਤੇ ਵੀ ਆਪਣੇ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹੜਾ ਜਿਹੜਾ ਇਹਨਾਂ ਦੇ ਲੜ ਲੱਗ ਜੂਗਾ, ਉਹਦਾ ਸਤਕਾਰ ਸਾਰੀ ਦੁਨੀਆ ਤੋਂ ਵੱਖਰਾ ਹੀ ਹੋਣਾ ਹੈ। ਦੇਖੋ ਹਿੰਦੂ ਪਰਿਵਾਰ ਬਹੁਤ ਸਨ, ਪਰ ਜਿਹੜਾ ਸਤਕਾਰ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਦਾ ਹੋਇਆ ਹੈ, ਉਹ ਕਿਤੇ ਮਾੜੀ ਮੋਟੀ ਗੱਲ ਹੈ। ਗੁਰੂ ਮੁਸਲਮਾਨਾਂ ਵਿੱਚ ਪੂਜਨੀਕ ਮਹਾਤਮਾ ਬਹੁਤ ਹੋਏ, ਪਰ ਜਿਹੜਾ ਸਤਕਾਰ ਸਾਈਂ ਮੀਆਂ ਮੀਰ ਜੀ ਦਾ ਹੈ, ਜਾਂ ਪੀਰ ਬੁੱਧੂ ਸ਼ਾਹ ਦਾ ਹੈ, ਜਾਂ ਭੀਖਮ ਸ਼ਾਹ ਫਕੀਰ ਜੀ ਦਾ ਹੈ, ਇਸ ਤਰ੍ਹਾਂ ਹੋਰਾਂ ਦਾ ਨਹੀਂ ਹੋਇਆ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਤੇ ਹੁਣ ਵੀ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਚੱਲਣਗੇ, ਭਾਵੇਂ ਕੋਈ ਸਿੱਖ ਹੈ, ਭਾਵੇਂ ਹਿੰਦੂ ਹੈ, ਮੁਸਲਮਾਨ ਹੈ, ਉਹਦੀ ਜੈ ਜੈਕਾਰ ਹੋਰਾਂ ਨਾਲੋਂ ਵੱਧ ਹੁੰਦੀ ਹੈ। ਗੁਰੂ ਇਸ ਕਰਕੇ ਗੁਰੂ ਕੇ ਪੱਲੇ ਆਪਾਂ ਲੱਗਣਾ, ਐਵੇਂ ਭੁਲੇਖਿਆਂ ਚ ਨਾ ਰਹਿ ਜਿਓ। ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਐ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਐ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਤੇ ਗੁਰੂ ਹੈ ਬਾਣੀ, ਬਾਣੀ ਹੈ ਸਰੂਪ ਗੁਰਾਂ ਦਾ, ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਨ ਹੈ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਪ੍ਰਤੱਖ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ। ਜਿਹੜਾ ਇਹਨਾਂ ਦੀ ਕਹੀ ਹੋਈ ਬਾਣੀ ਨੂੰ, ਬਚਨਾਂ ਨੂੰ ਸੁਣ ਕੇ ਮੰਨ ਲੂਗਾ, ਮਾਲਕ ਨੇ ਉਹਦਾ ਪਾਰ ਉਤਾਰਾ ਕਰ ਦੇਣਾ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਕੋਈ ਕੰਮ 'ਚ ਵਿਘਨ ਨਹੀਂ ਆਉਂਦਾ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋ। ਪੜਿਆ ਕਰੋ ਭਾਈ। ਪੰਡਤ ਸ਼ਿਵਦੱਤ ਦੀ ਪੂਜਾ ਹੋ ਗਈ,
ਤੇ ਰਾਣੀ ਮੈਣੀ ਨੂੰ ਉਹਨੇ ਦੱਸਿਆ ਸੀ, ਉਹ ਵੀ ਸਤਿਗੁਰ ਨੂੰ ਯਾਦ ਕਰਿਆ ਕਰੇ। ਤੇ ਮਹਾਰਾਜ ਨੇ ਇਹ ਕਿਹਾ ਸੀ ਜਾ ਕੇ, ਕਹਿੰਦੇ ਅੱਜ ਤੋਂ ਮੈਂ ਤੁਹਾਡਾ ਸੁਪੁੱਤਰ, ਰਾਣੀ ਮੈਣੀ ਮੇਰੀ ਧਰਮ ਦੀ ਮਾਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਫਤਿਹ ਸ਼ਾਹ ਦੀ ਮੈਣੀ। ਅੱਜ ਵੇਖ ਲਓ ਜਾ ਕੇ, ਫਿਰ ਜਿੱਥੇ ਮੇਰੇ ਮਾਲਕ ਖੇਡਦੇ ਰਹੇ ਨਾ ਰਾਣੀ ਮੈਣੀ ਦੇ ਮਹਿਲਾਂ 'ਚ, ਉੱਥੇ ਗੁਰਦੁਆਰਾ ਸਾਹਿਬ ਬਣਿਆ, ਉਹਦਾ ਨਾਂ ਹੀ ਮੈਣੀ ਸੰਗਤ ਪੈ ਗਿਆ। ਕਿਉਂਕਿ ਰਾਣੀ ਮੈਣੀ ਨੇ ਛੋਲੇ ਪੂਰੀਆਂ ਤਿਆਰ ਕਰਕੇ ਸਤਿਗੁਰ ਨੂੰ ਰੋਜ਼ ਛਕਾਉਣੀਆਂ, ਤੇ ਜਿੰਨਾ ਚਿਰ ਜਿਉਂਦੀ ਰਹੀ ਬਾਅਦ ਵਿੱਚ ਵੀ ਉਬਾਲ ਉਬਾਲ ਛੋਲੇ ਸਤਿਗੁਰ ਦੇ ਬਚਪਨ ਦੇ ਸਾਥੀਆਂ ਨੂੰ ਛਕਾਈਆਂ। ਅੱਜ ਵੀ ਕਿਤੇ ਜਾਓ ਪ੍ਰਸ਼ਾਦ ਉੱਥੇ ਉਬਲੇ ਹੋਏ ਛੋਲਿਆਂ ਦਾ, ਘੁੰਗਣੀਆਂ ਦਾ ਮਿਲਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਹੈ ਸੰਭਾਲ ਗੁਰਮੁਖ। ਅਸੀਂ ਮਰਿਆਦਾ ਵੀ ਨਹੀਂ ਸਮਝ ਸਕੇ। ਕਿਤੇ ਕਿਤੇ ਕੋਈ ਮਹਾਂਪੁਰਖ ਬੈਠੇ ਐ ਜਿਨ੍ਹਾਂ ਨੇ ਪ੍ਰਿਆਤਨ ਮਰਿਆਦਾ ਨੂੰ ਸੰਭਾਲਿਆ ਹੈ, ਨਹੀਂ ਤਾਂ ਕੁਛ ਕੁ ਸਾਡੇ ਵਿੱਚ ਹੀ ਇਹ ਜੇ ਪੈਦਾ ਹੋ ਗਏ, ਕਹਿੰਦੇ ਇਹਦੀ ਕੀ ਲੋੜ ਹੈ, ਇਹਦੀ ਕੀ ਲੋੜ ਹੈ, ਦਿਨੋਂ ਦਿਨ ਤੋੜੀ ਹੋਈ ਜਾਂਦੇ ਆ ਗੁਰਮੁਖ। ਪਰ ਗੁਰੂ ਸਾਹਿਬ ਨੇ ਮਰਿਆਦਾ ਬਣਾਉਣੀ ਬਹੁਤ ਕੁਰਬਾਨੀਆਂ ਕਰਕੇ ਬਣਾਈ ਹੈ। ਇੱਕ ਦਿਨ ਨਾ ਗੰਗਾ ਦੇ ਕਿਨਾਰੇ ਖੇਡਦੇ ਫਿਰਦੇ ਆ, ਸਾਰਾ ਦਿਨ ਖੇਡੀ ਗਏ, ਤੇ ਜਦੋਂ ਸ਼ਾਮ ਨੂੰ ਘਰ ਗਏ, ਧੰਨ ਮਾਤਾ ਗੁਜਰ ਕੌਰ ਜੀ ਨੇ ਪੁੱਛਿਆ, ਬੇਟਾ ਲਾਲ ਜੀ। ਹਾਂ ਮਾਤਾ ਜੀ ਦੱਸੋ। ਕਹਿੰਦੇ ਤੁਹਾਡੇ ਹੱਥਾਂ ਵਿੱਚ ਸੋਨੇ ਦੇ ਕੰਗਣ ਪਾਏ ਹੋਏ ਸੀ, ਉਹ ਬਹੁਤ ਕੰਗਣ ਕੀਮਤੀ ਸੀ, ਵਿੱਚ ਹੀਰੇ ਮੋਤੀ ਜੜੇ ਹੋਏ, ਦੋਨੇ ਹੱਥਾਂ 'ਚ ਕੰਗਣ ਪਾਏ ਸੀ, ਪਰ ਇੱਕ ਕਿੱਧਰ ਗਿਆ ਤੁਹਾਡਾ? ਸਤਿਗੁਰ ਹੱਸ ਕੇ ਕਹਿੰਦੇ ਮਾਤਾ ਜੀ ਉਹ ਤਾਂ ਖੇਡਦਿਆਂ ਹੋਇਆਂ ਸਾਥੋਂ ਗੰਗਾ 'ਚ ਡਿੱਗ ਪਿਆ। ਤੇ ਮਾਤਾ ਜੀ ਕਹਿੰਦੇ ਓਹੋ ਲਾਲ ਜੀ, ਇਹ ਕੋਈ ਆਮ ਕੰਗਣ ਥੋੜੀ ਸੀ, ਇਹ ਤਾਂ ਬਹੁਤ ਕੀਮਤੀ ਸਨ ਕੰਗਣ। ਚੱਲ ਸਾਨੂੰ ਦੱਸ ਕਿੱਥੇ ਜੇ ਡਿੱਗੇ, ਆਪਾਂ ਲੱਭ ਕੇ ਲਿਆਈਏ। ਸਤਿਗੁਰ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ ਨੂੰ ਨਾਲ ਲੈ ਲਿਆ। ਆਪ ਮਾਤਾ ਗੁਜਰੀ ਜੀ ਤੁਰ ਪਏ, ਗੋਤਾਖੋਰ ਬੁਲਾ ਲਏ, ਗੰਗਾ ਦੇ ਕਿਨਾਰੇ ਚੱਲਦੇ ਚੱਲਦੇ ਪਹੁੰਚ ਗਏ। ਬੇਟਾ ਦੱਸ ਇਹ ਕੰਗਣ ਕਿੱਥੇ ਜੇ ਡਿੱਗਿਆ ਸੀ? ਸਤਿਗੁਰ ਕਹਿੰਦੇ ਇੱਥੇ ਜੇ ਖੇਡਦੇ ਸੀ। ਨਹੀਂ ਪੱਕਾ ਦੱਸ, ਕਹਿੰਦੀ ਕਿੱਥੇ ਜੇ ਸੀ? ਹੋ ਉਧਰ ਨੂੰ ਸੀ। ਕਹਿੰਦੇ ਐ ਮਾਤਾ ਜੀ ਤਾਂ ਉਧਰ ਝਾਕਣ ਲੱਗ ਗਏ। ਆਪ ਸਤਿਗੁਰ ਦਸਵੇਂ ਪਾਤਸ਼ਾਹ ਨੇ ਦੂਜੇ ਹੱਥ 'ਚੋਂ ਵੀ ਕੰਗਣ ਲਾਇਆ, ਬੋਚ ਕੇ ਭਗਾ ਕੇ ਗੰਗਾ 'ਚ ਮਾਰਿਆ। ਕਹਿੰਦੇ ਇੱਥੇ ਜੇ ਡਿੱਗਿਆ ਸੀ, ਦੂਜਾ ਵੀ ਸਿੱਟਤਾ। ਤੇ ਮਾਤਾ ਗੁਜਰੀ ਕਹਿੰਦੇ ਲਾਲ ਇੱਕ ਲੱਭਣ ਆਏ ਸੀ, ਉਹ ਹਜੇ ਲੱਭਿਆ ਨਹੀਂ, ਤੁਸੀਂ ਦੂਜਾ ਵੀ ਸਿੱਟਤਾ। ਜੇ ਇਹੀ ਹਾਲ ਰਿਹਾ ਇੱਕ ਦਿਨ ਤੂੰ ਘਰ ਪੱਟ ਦੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਹੱਸ ਕੇ ਕਹਿੰਦੇ ਮਾਤਾ ਜੀ ਬਿਲਕੁਲ ਸੱਚਾ ਬਚਨ ਆਖਿਆ। ਇਹ ਜਿਹੜਾ ਬਚਨ ਤੁਸੀਂ ਕਿਹਾ ਨਾ ਇਹ ਸੱਚ ਹੋਣਾ ਹੈ, ਪਰ ਇਹ ਵੀ ਯਾਦ ਰੱਖਿਓ ਆਪਣਾ ਘਰ ਤਾਂ ਪਟਿਆ ਹੀ ਜਾਊਗਾ, ਪਰ ਕਈ ਉਜੜੇ ਹੋਏ ਵਸ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਜੀ ਇੱਕਦਮ ਮਹਾਰਾਜ ਵੱਲ ਤੱਕਦੇ ਐ ਤੇ ਸਤਿਗੁਰ ਕਹਿੰਦੇ ਮਾਤਾ ਇਹ ਕੰਗਣ ਸਿੱਟ ਕੇ ਮੈਂ ਤੈਨੂੰ ਇਹ ਸਮਝਾਉਣਾ ਚਾਹੁੰਦਾ ਕਿ ਸੋਨੇ ਚਾਂਦੀ ਦੇ ਮੋਹ ਚੋਂ ਪਾਸੇ ਹੋ ਜਾਓ। ਬਸ ਯਾਦ ਰੱਖਿਓ, ਲਾ ਕੇ ਹੱਥਾਂ ਚੋਂ ਸੋਨੇ ਦੇ ਕੰਗਣਾਂ ਨੂੰ ਕੜੇ ਲੋਹੇ ਦੇ ਇਹਨਾਂ ਵਿੱਚ ਪਾ ਦਿਆਂਗਾ, ਤੇਰਾ ਵਸਦਾ ਹੋਇਆ ਘਰ ਉਜਾੜ ਕੇ ਮੈਂ ਕਈ ਉਜੜੇ ਹੋਏ ਵਸਾ ਦਿਆਂਗਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਆ ਦੇਖ ਲੋ ਫਿਰ ਅੱਜ ਕੱਲ ਮੰਦਰਾਂ ਦੇ ਵਿੱਚ ਟੱਲੀਆਂ ਛੈਣੇ ਵੱਜਦੇ ਨਾ, ਜੇ ਨਾ ਪਟਣੇ ਆਉਂਦੇ ਗੁਜਰੀ ਦੇ ਦੁਲਾਰੇ। ਇੱਥੇ ਰਾਜ ਹੋਣਾ ਸੀ ਮੁਗਲਾਂ ਰੰਗਣਾ ਗੁਜਰਾਂ ਦਾ, ਜੇ ਨਾ ਗੁਰੂ ਵਜਾਉਂਦੇ ਦਿੱਲੀ ਵੱਲ ਤਿਆਰੇ। ਆਪ ਕੁਰਬਾਨੀਆਂ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ, ਤੇ ਆਪਾਂ ਨੂੰ ਵੀ ਭੁੱਲਣਾ ਨਹੀਂ ਚਾਹੀਦਾ
तेरे पिछे घर किसे अपना लुटाया ए, 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 सारा जग छੱਡ तैनू गल नाल लाया ए, सारा जग छੱਡ तैनू गल नाल लाया ए, जग छੱਡ तैनू गल नाल लाया ए, सारा जग छੱਡ तैनू गल नाल लाया ए, सारा जग छੱਡ तैनू गल नाल लाया ए, सारा जग छੱਡ तैनू गल नाल लाया ए, दस ओदे प्यार दा तू की मुल पाया ए, दस ओदे प्यार दा तू की मुल पाया ए, दसियों ने प्यार दा तू की मुल पाया ए, दसियों ने प्यार दा तू की मुल पाया ए, दसियों ने प्यार दा तू की मुल पाया ए, दसियों ने प्यार दा तू की मुल पाया ए। ਇਹ ਯਾਦ ਰੱਖਣਾ ਹੈ ਕਿ ਸਾਡੀ ਖਾਤਰ ਮਹਾਰਾਜ ਨੇ ਬਹੁਤ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਦਾ ਕਿੰਨਾ ਕੁ ਮੁੱਲ ਪਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਤਿਗੁਰ ਕਹਿੰਦੇ ਮਾਤਾ ਜੀ ਸੋਨੇ ਦੇ ਕੰਗਣ ਛੱਡੋ, ਸਮਾਂ ਆਊਗਾ ਲੋਹੇ ਦੇ ਕੜੇ ਹੱਥਾਂ 'ਚ ਪਵਾ ਦਿਆਂਗੇ। ਆਪਣਾ ਤਾਂ ਘਰ ਉਜੜਨਾ ਹੈ ਪਰ ਕਈ ਉਜੜੇ ਹੋਏ ਵਸ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੱਚ ਜਾਣਿਓ ਆ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ, ਘੜੇ ਵੀ ਭੰਨੇ, ਗੁਲੇਲਾਂ ਗਾਗਰਾਂ, ਤੀਰ ਕਮਾਨ, ਕਈ ਤਰ੍ਹਾਂ ਦੇ ਕੌਤਕ ਮਹਾਰਾਜ ਨੇ ਕੀਤੇ। 7 ਸਾਲ ਗੁਰੂ ਸਾਹਿਬ ਦਾ ਬਚਪਨ ਦਾ ਸਮਾਂ ਪਟਨੇ ਬੀਤਿਆ। ਗੁਰੂ ਇੱਕ ਦਿਨ ਕੀ ਹੋਇਆ, ਚਲਦੇ ਚਲਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ, ਇਹ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਸਮੇਂ ਜਨਮ ਸਮੇਂ ਪਟਨੇ 'ਚ ਨਹੀਂ ਸੀ, ਰਾਜਿਆਂ ਦੀ ਸੁਲ੍ਹਾ ਕਰਾਉਣ ਵਾਸਤੇ, ਦੇਸ਼ ਕੌਮ ਦੇ ਭਲੇ ਵਾਸਤੇ ਇਧਰ ਅਸਾਮ, ਢਾਕਾ, ਬੰਗਾਲ ਇਧਰ ਨੂੰ ਗਏ ਹੋਏ ਸੀ ਗੁਰੂ। 7 ਸਾਲ ਦੇ ਗੁਰੂ ਗੋਬਿੰਦ ਸਿੰਘ ਹੋ ਗਏ, ਫੇਰ ਮਿਲਾਪ ਹੋਇਆ ਸੀ। ਮਿਲਾਪ ਦੀ ਵੀ ਕਥਾ ਸੁਣ ਲਓ। ਰਾਤ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਆਏ ਚਲਦੇ ਚਲਦੇ, ਤੇ ਆ ਕੇ ਇੱਕ ਬਾਗ ਦੇ ਵਿੱਚ ਡੇਰਾ ਕਰ ਲਿਆ ਗੁਰੂ। ਉਹ ਬਾਗ ਸੀਗਾ 2 ਮੁਸਲਮਾਨ ਭਰਾਵਾਂ ਦਾ, ਕਰੀਮ ਬਖਸ਼ ਤੇ ਰਹੀਮ ਬਖਸ਼ ਉਹਨਾਂ ਦਾ ਨਾਮ ਸੀ। ਉਹ ਬਾਗ ਸੁੱਕ ਚੁੱਲਿਆ ਸੀ ਗੁਰੂ। ਇਹਨਾਂ ਨੇ ਬਹੁਤ ਦਵਾਈਆਂ ਬੂਟੀਆਂ ਕੀਤੀਆਂ, ਰੇਹਾਂ ਸਪਰੇਹਾਂ ਕੀਤੀਆਂ, ਪਰ ਬਾਗ ਸੁੱਕਿਆ ਰਿਹਾ, ਹਰਾ ਨਹੀਂ ਸੀ ਹੋਇਆ। ਸੁੱਕਦਾ ਹੀ ਜਾਂਦਾ ਹੈ, ਜਿਹੜਾ ਵੀ ਬੂਟਾ ਲਾਇਆ ਕਰਨ ਉਹ ਵੀ ਸੁੱਕ ਜਾ ਕਰੇ। ਥੱਕ ਹਾਰ ਕੇ ਬਹਿ ਗਏ ਸੀ।
पर जिद्दे गुरु तेग बहादुर जी ने रात नूं आके डेरा कर लिया ते रातों रात जेड़े बूटे सुके हुए सी वो पत्ते कड्ढण लग गए। आखो सतनाम श्री वाहेगुरु। रातों रात हरियावल छा गई गुरु, क्योंकि गुरबाणी विच लिखिया सूके हरे कीए खिन माहे अमृत दृष्ट संच जीवा है। ये तो गुरुआं दी सतपुरखां दी नज़र हुंदी है, किते मेहर दी नज़र अमृत भरी दृष्टि नाल तक लैण सुक्कियां नूं हरे कर दिंदे आ। आखो सतनाम श्री वाहेगुरु। ताही कहीदा भी मालका मेहर दी नज़र कर, नज़र सवली कर। लख खुशियां पातशाहियां जे सतगुर नदर करे। निमख एक हर नाम दे मेरा मन तन शीतल होए। ये मेहर दी नज़र कीती गुरु तेग बहादुर जी ने ते रातों रात सुक्या होया बाग हरा हो गया। गुरु जदों दिन चढ़िया जेड़े बाग दी राखी ते बैठे सी हैरान हो गए। फिर ज्यों भजे करीम बख्श ते रहीम बख्श दे घर चले गए। दोने पठान भरावां नूं कहा, कहंदे अपना बाग सुक चलिया सी, बहुत जतन कीते रेहां स्प्रेहां भी कीतियां, हरा नहीं सी हुंदा, पर रात बाग दे विच एक महापुरुष आए है, उन्हां दे चरण पाउण नाल ओ सुक्का बाग हरा हो गया। आखो सतनाम श्री वाहेगुरु। बस जदों ये खबर सुनी करीम बख्श ते रहीम बख्श भजले गुरमुखों, जाके दर्शन कीते, मत्था टेकिया, फिर पता लग्या ये कोई आम महापुरुष नहीं, ये तां तेग बहादुर हिंद दी चादर। आखो सतनाम श्री वाहेगुरु। तेग बहादुर सिमरिया, तेग बहादुर सिमरिया, बहादुर सिमरिया, तेग बहादुर सिमरिया, तेग बहादुर सिमरिया, तेग बहादुर सिमरिया। गुरु तेग बहादुर सिमरिया, गुरु तेग बहादुर सिमरिया, तेग बहादुर सिमरिया, गुरु तेग बहादुर सिमरिया, गुरु तेग बहादुर सिमरिया, गुरु तेग बहादुर सिमरिया। घर नौ नित आवे ताए, तेग बहादुर सिमरिया, तेग बहादुर सिमरिया। गुरु तेग बहादुर सिमरिया, घर नाम नित आवे ताए, गुरु तेग बहादुर सिमरिया, गुरु तेग बहादुर सिमरिया। सब थाई होए सहाय, तेग बहादुर सिमरिया, गुरु तेग बहादुर सिमरिया। आई होए समाए, तेग बहादुर सिमरिया, तेग बहादुर। सब थाई होए समाए, गुरु तेग बहादुर सिमरिया, गुरु तेग बहादुर सिमरिया। जदों फिर नौवें पातशाह आए, बाग हो गया हरा गुरमुखो, ते उस वेले साध संगत जी करीम बख्श रहीम बख्श दोवें भरा आए ते सतगुर नूं मत्था टेकिया। महाराज पुछदे ऐ, कहंदे भाई ये बाग कीदा है? ते रहीम बख्श ते करीम बख्श मुसलमान सी दोने भरा कहंदे सच्चे पातशाह ऐदों पहलां तां साडा ही सी, पर साडा तां सुक गया सी, ये थोड़े चरण पाउण नाल बाग हरा होया, अज तो यह गुरु का बाग है। आखो सतनाम श्री वाहेगुरु। हुण भी वो बाग का नाम है गुरु का बाग, हुण तां गुरुद्वारा साहिब बन गया। जिहदे किसे दे
ਬਾਲ ਬੱਚਾ ਨਾ ਪੈਦਾ ਹੁੰਦਾ ਹੋਵੇ, ਸੰਗਤ ਜਾ ਕੇ ਉੱਥੇ ਅਰਦਾਸ ਕਰਾ ਕੇ ਬੂਟਾ ਲਾਉਂਦੀ ਹੈ ਤੇ ਮਾਲਕ ਦੀ ਕਿਰਪਾ ਨਾਲ ਘਰਾਂ 'ਚ ਬੂਟੇ ਲੱਗ ਜਾਂਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਔਲਾਦ ਨਹੀਂ ਨਾ ਹੁੰਦੀ, ਪਟਨਾ ਸਾਹਿਬ ਗੁਰੂ ਕੇ ਬਾਗ ਅਰਦਾਸ ਕਰਾ ਕੇ ਬੂਟਾ ਲਵਾਉਂਦੀ ਹੈ ਸੰਗਤ। ਉਹਦਾ ਕਾਰਨ ਕੀ ਸੀ, ਲੈ ਇਹ ਵੀ ਸੁਣੀ ਲਓ। ਕਰੀਮ ਬਖਸ਼ ਰਹੀਮ ਬਖਸ਼ ਕਹਿੰਦੇ ਜੀ ਇਹ ਬਾਗ ਅੱਜ ਤੋਂ ਗੁਰੂ ਕਾ। ਨੌਵੇਂ ਪਾਤਸ਼ਾਹ ਕਹਿੰਦੇ ਕਹਿਣਾ ਸੌਖਾ ਹੈ, ਕਮਾਉਣਾ ਬਹੁਤ ਔਖਾ ਹੈ। ਕਹਿੰਦੇ ਨਹੀਂ ਜੀ ਅੱਜ ਤੋਂ ਹੀ ਤੁਹਾਡਾ ਹੁਣੇ ਹੀ ਲਿਖਤ ਕਰ ਦਿੰਨੇ ਆ। ਉਹਨਾਂ ਨੇ ਉਹਦੀ ਲਿਖਤ ਕਰਕੇ ਕਹਿਤਾ ਸੀ ਵੀ ਇਹ ਬਾਗ ਗੁਰੂ ਕਾ। ਨੌਵੇਂ ਪਾਤਸ਼ਾਹ ਦੇ ਨਾਮ ਕਰਤਾ, ਬਾਗ ਤਾਂ ਦੇਤਾ ਗੁਰੂ ਮਹਾਰਾਜ ਨੂੰ, ਪਰ ਨਾਲ ਹੀ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਵੇਂ ਇਸ ਸੁੱਕੇ ਹੋਏ ਬਾਗ ਨੂੰ ਹਰਾ ਕੀਤਾ ਹੈ, ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਘਰ ਵਾਲੀਆਂ ਦੀਆਂ ਕੁੱਖਾਂ ਹਰੀਆਂ ਕਰ ਦਿਓ। ਕਹਿੰਦੇ ਮਹਿਲ ਮਕਾਨ ਬਥੇਰੇ ਤਕੜੇ ਐ, ਪੈਸਾ ਜਾਇਦਾਦ ਬਹੁਤ ਹੈ, ਪਰ ਘਰ 'ਚ ਔਲਾਦ ਨਹੀਂ। ਸੋਹਣੇ ਸੋਹਣੇ ਮਹਿਲ ਵੀ ਵੱਡ ਵੱਡ ਖਾਂਦੇ ਆ, ਵੀ ਮੂਹਰੇ ਬਣੂ ਕੀ ਸਾਡਾ। ਕਈ ਤਾਂ ਐਂ ਦੁਖੀ ਆ ਵੀ ਸਾਡੇ ਔਲਾਦ ਨਹੀਂ, ਤੇ ਕਈ ਐਂ ਦੁਖੀ ਐ ਔਲਾਦ ਹੈਗੀ ਪਰ ਮਾੜੀ ਨਿਕਲ ਗਈ। ਗੁਰੂ ਉਦੋਂ ਵੀ ਦੁਖੀ ਹੈ। ਮਾਲਕ ਕਿਰਪਾ ਕਰੇ, ਗੁਰੂ ਮਹਾਰਾਜ ਦੇ ਪੱਲੇ ਲੱਗੋ, ਸਤਿਗੁਰ ਕਿਰਪਾ ਕਰਦੇ ਆ। ਦੇਖੋ ਹੁਣ ਕਰੀਮ ਬਖਸ਼ ਰਹੀਮ ਬਖਸ਼ ਕਹਿੰਦੇ ਮਹਾਰਾਜ ਘਰ ਵਾਲੀਆਂ ਦੀਆਂ ਕੁੱਖਾਂ ਵੀ ਹਰੀਆਂ ਕਰੋ। ਪਾਤਸ਼ਾਹ ਕਹਿੰਦੇ ਲਿਆਓ ਉਹਨਾਂ ਨੂੰ ਬੁਲਾ ਕੇ। ਇਹ ਕਹਿੰਦੇ ਜੀ ਉਹ ਆ ਨਹੀਂ ਸਕਦੀਆਂ, ਕਿਉਂਕਿ ਸਰੀਰ ਨੂੰ ਜਕੜਨ ਹੋਈ ਵੀ ਸੀ, ਮੰਜੇ 'ਚ ਹੀ ਪਈਆਂ ਸੀ, ਉੱਠ ਕੇ ਨਾ ਬਹਿ ਸਕਦੀਆਂ ਸੀ ਨਾ ਤੁਰ ਸਕਦੀਆਂ ਸੀ। ਸਤਿਗੁਰ ਕਹਿੰਦੇ ਜਾਓ ਸਾਡਾ ਨਾਂ ਲੈ ਦਿਓ। ਫਿਰ ਦੋਨੇ ਪਠਾਨ ਗਏ, ਕੋਈ ਸਵਾਲ ਜਵਾਬ ਨਹੀਂ। ਆਪਣੇ ਵਰਗਾ ਹੁੰਦਾ ਸ਼ੰਕੇ ਕਰਨੇ ਸੀ। ਗੁਰੂਆਂ ਦਾ ਬਚਨ ਜਾਂ ਤਾਂ ਕਿਤੇ ਜਾਓ ਨਾ, ਜਾਂ ਫਿਰ ਮਹਾਂਪੁਰਸ਼ਾਂ ਦੇ ਬਚਨ ਕਮਾ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਜਾਓ ਸਾਡਾ ਨਾਂ ਲਓ। ਜਦੋਂ ਪਠਾਨ ਦੋਵੇਂ ਗਏ, ਜਾ ਕੇ ਕਿਹਾ ਕਿ ਨੌਵੇਂ ਗੁਰੂ ਤੇਗ ਬਹਾਦਰ ਪਾਤਸ਼ਾਹ ਆਏ ਨੇ, ਤੁਹਾਨੂੰ ਯਾਦ ਕੀਤਾ। ਕਹਿੰਦੇ ਐ ਲੱਗਿਆ ਜਿਵੇਂ ਹੱਡਾਂ 'ਚ ਜਵਾਨੀ ਆ ਗਈ ਹੋਵੇ। ਬਾਹਾਂ ਤੋਂ ਫੜ ਕੇ ਲਿਆਂਦੀਆਂ ਉਠਾ ਕੇ, ਤੇ ਉੱਥੇ ਬਾਗ ਵਿੱਚ ਖੂਹ ਸੀ, ਉਹ ਹੁਣ ਵੀ ਹੈਗਾ। ਜਾਂਦਿਆਂ ਨੂੰ ਦਰਬਾਰ ਸਾਹਿਬ ਦੇ ਸਾਹਮਣੇ ਬਿਲਕੁਲ ਸਰੋਵਰ ਬਣਿਆ, ਤੇ ਸਰੋਵਰ ਦੇ ਨਾਲ ਹੀ ਜਾਂਦਿਆਂ ਨੂੰ ਸੱਜੇ ਹੱਥ ਖੂਹ ਵੀ ਬਣਿਆ ਹੋਇਆ, ਹੁਣ ਵੀ ਹੈਗੀ ਉਹ ਖੂਹੀ ਨਿਸ਼ਾਨੀ। ਸਤਿਗੁਰ ਕਹਿੰਦੇ ਐਂ ਕਰੋ, ਆ ਖੂਹੀ ਦੇ ਵਿੱਚੋਂ ਕੱਢੋ ਜਲ, ਪੜਦਾ ਕਰਕੇ ਇਹਨਾਂ ਦਾ ਇਸ਼ਨਾਨ ਕਰਾ ਦਿਓ। ਕਹਿੰਦੇ ਪਠਾਣਾ ਨੇ ਉਵੇਂ ਕੀਤਾ, ਪੜਦਾ ਕਰ ਲਿਆ, ਖੂਹ ਦੇ ਵਿੱਚੋਂ ਜਲ ਕੱਢ ਕੇ ਉਹਨਾਂ ਦਾ ਕਰਾਇਆ ਇਸ਼ਨਾਨ। ਜਿਉਂ-ਜਿਉਂ ਇਸ਼ਨਾਨ ਕਰਦੇ ਜਾਂਦੇ ਐ, ਸਰੀਰ ਦਾ ਰੋਗ ਹਟਦਾ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਮਾਲਕ ਨੇ ਐਸੀ ਕਿਰਪਾ ਕੀਤੀ ਗੁਰਮੁਖ। ਫਿਰ ਗੁਰੂ ਤੇਗ ਬਹਾਦਰ ਜੀ ਚਰਨਾਂ ਚ ਆ ਕੇ ਮੱਥਾ ਟੇਕਿਆ, ਮਹਾਰਾਜ ਕਿਰਪਾ ਕਰੋ ਸਾਡੀ ਵੀ ਨਿਉ ਜੜ ਰਹਿ ਜੇ। ਲੁੱਟਿਆ ਬਥੇਰਾ ਬੈਦਾਂ ਨੇ ਗਰੀਬਾਂ ਨੂੰ, ਅੱਜ ਜਾਗ ਆ ਗਈ ਸੁੱਤਿਆਂ ਨਸੀਬਾਂ। ਸੱਚੇ ਪਾਤਸ਼ਾਹ ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ। ਛੱਡੀ ਨਾ ਕਸਰ ਟੂਣੇ ਟਾਮਣਾ ਦੀ ਮੈਂ, ਖੇਚਲਾ ਬਥੇਰੀ ਚੱਲੀ ਬਾਮਣਾ ਦੀ ਮੈਂ, ਕਿਸੇ ਨੇ ਨੀ ਲਾਇਆ ਕਿਸੇ ਤੁੱਕੇ ਤੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ ਸੀਰ ਨੂੰ। ਸੱਚੇ ਪਾਤਸ਼ਾਹ ਕਹਿੰਦੇ ਭਾਈ ਇੰਨੀ ਉਮਰ ਹੋ ਗਈ, ਤੁਸੀਂ ਕੋਈ ਉਪਾਅ ਨਹੀਂ ਕੀਤਾ। ਉਹ ਫਿਰ ਦੋਵੇਂ ਮਾਈਆਂ ਕਹਿੰਦੀਆਂ ਸੱਚੇ ਪਾਤਸ਼ਾਹ ਬਹੁਤ ਕੁਛ ਕਰਕੇ ਵੇਖ ਲਿਆ, ਲੈ ਕੇ ਤੇ ਪਖੰਡੀਆਂ ਤੋਂ ਸਿੱਖਿਆ ਖੋਟੀਆਂ, ਬਹਿ ਕੇ ਖੂਹਾਂ ਵਿੱਚ ਵੀ ਪਕਾਈਆਂ ਰੋਟੀਆਂ, ਰਿੰਨਿਆਂ ਚੁਰਾਸਤਿਆਂ ਚ ਜਾ ਕੇ ਖੀਰ ਨੂੰ, ਮੇਰੇ ਦਾਤਾ ਕਰ ਦੇ ਜਗ ਚ
महाराज अज सुते नसीब जागे है, जेड़ा थोड़ा मलाप हो गया आखो सतनाम। श्री वाहेगुरु लुटिया बथेरा वैदा ने गरीबां नूं, अज जाग आ गई सुत्तिया नसीबां नूं। लिया के ते अचानक मलाता पीर नूं, मेरे दाता कर दे जग च सीर नूं, मेरे दाता कर दे जग च सीर नूं, मेरे दाता कर दे जग च सीर नूं। ਉਹ ਮੁਸਲਮਾਨ ਹੋਣ ਕਰਕੇ ਪੀਰਾਂ ਨੂੰ ਪੂਜਦੇ ਸੀ ਤੇ ਨੌਵੇਂ ਪਾਤਸ਼ਾਹ ਨੂੰ ਵੀ ਪੀਰ ਹੀ ਕਿਹਾ। ਕਹਿੰਦੇ ਅੱਜ ਸੁੱਤੇ ਭਾਗ ਜਾਗ ਪਏ, ਅਚਾਨਕ ਪੀਰ ਦਾ ਮਲਾਪ ਹੋ ਗਿਆ ਆਖੋ ਸਤਨਾਮ। श्री वाहेगुरु ਮਹਾਰਾਜ ਸਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਕਹਿੰਦੇ ਭਾਈ ਐ ਕਰੋ, ਇਹ ਬਾਗ ਹੋ ਗਿਆ ਗੁਰੂ ਕਾ ਬਾਗ, ਇੱਥੇ ਇੱਕ ਇੱਕ ਬੂਟਾ ਲਾ ਦੋ, ਗੁਰੂ ਨਾਨਕ ਤੁਹਾਡੇ ਘਰ 'ਚ ਬੂਟਾ ਲਾ ਦੇਣਗੇ। ਫਿਰ ਉਹਨਾਂ ਨੇ ਬੂਟੇ ਲਾਏ ਗੁਰਮੁਖ। ਫਿਰ ਉਹ ਰਹੀਮ ਬਖਸ਼ ਕਰੀਮ ਬਖਸ਼ ਉਹਨਾਂ ਦੇ ਘਰ ਵਾਲੀਆਂ ਕੋਲੇ ਬੱਚੇ ਪੈਦਾ ਹੋਏ। ਉਦੋਂ ਤੋਂ ਸ਼ਰਧਾ ਹੈ, ਜਿਨ੍ਹਾਂ ਕੋਲੇ ਔਲਾਦ ਨਹੀਂ ਹੁੰਦੀ ਸੰਗਤ ਉੱਥੇ ਬੂਟਾ ਲਾ ਕੇ ਅਰਦਾਸ ਕਰਦੀ ਹੈ ਤੇ ਮਹਾਰਾਜ ਦੀ ਕਿਰਪਾ ਨਾਲ ਬੱਚੇ ਹੋ ਜਾਂਦੇ ਆ ਆਖੋ ਸਤਨਾਮ। श्री वाहेगुरु ਉੱਥੇ ਫਿਰ ਗੁਰੂ ਕੇ ਬਾਗ ਵਿੱਚ 7 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਾਮ ਸੀ ਉਦੋਂ ਗੋਬਿੰਦ ਰਾਏ। ਇੱਥੇ ਫਿਰ ਪਰਿਵਾਰ ਆ ਕੇ ਮਿਲਿਆ ਸੀ ਤੇ ਖੇਡ ਐਸੀ 7 ਸਾਲ ਦਾ ਪੁੱਤਰ ਆਪਣੇ ਪਿਤਾ ਦੇ ਦਰਸ਼ਨਾਂ ਨੂੰ ਤਰਸਦਾ ਹੈ। ਮਾਤਾ ਗੁਜਰੀ ਆਪਣੇ ਪਤੀ ਦੇ ਦਰਸ਼ਨਾਂ ਨੂੰ ਤਰਸਦੀ ਸੀ। ਪੁੱਤ ਤਰਸਦਾ ਸੀ ਆਪਣੀ ਮਾਂ ਦੇ ਮਾਤਾ ਨਾਨਕੀ ਦੇ ਦਰਸ਼ਨਾਂ ਨੂੰ ਆਖੋ ਸਤਨਾਮ। श्री वाहेगुरु ਫਿਰ ਉੱਥੇ ਗੁਰੂ ਕੇ ਬਾਗ ਵਿੱਚ ਮਲਾਪ ਹੋਇਆ ਪਿਆਰਿਓ। ਕੁਝ ਸਮਾਂ ਮਹਾਰਾਜ ਰਹੇ, ਗੱਲਾਂ ਬਾਤਾਂ ਕੀਤੀਆਂ, ਫਿਰ ਕਹਿਤਾ ਸੀ ਵੀ ਹੁਣ ਅਸੀਂ ਚੱਲੇ ਆ ਆਨੰਦਪੁਰ ਸਾਹਿਬ, ਜਦੋਂ ਸੱਦਾ ਭੇਜਾਂਗੇ ਉਦੋਂ ਆਨੰਦਪੁਰ ਸਾਹਿਬ ਆ ਜੀ। ਫਿਰ ਮਹਾਰਾਜ ਨੇ ਉੱਥੇ ਇਸ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਕੌਤਕ ਕੀਤੇ। ਇਤਿਹਾਸ ਬਹੁਤ ਵਿਲੱਖਣ ਹੈ ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਬਾਬਾ ਜੀ ਦਾ ਪ੍ਰਬੰਧਕਾਂ ਦਾ ਹੁਕਮ ਹੋ ਚੱਲਿਆ ਸਮਾਪਤੀ ਦਾ। ਲਓ ਇੱਥੇ ਹੀ ਸਮਾਪਤੀ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਬੜੇ ਪ੍ਰੇਮ ਅਦਬ ਸਤਿਕਾਰ ਨਾਲ ਸੰਗਤਾਂ ਨੇ ਸੁਣਿਆ। ਜਿਨ੍ਹਾਂ ਜਿਨ੍ਹਾਂ ਨੇ ਮਹਾਨ ਉਪਰਾਲਾ ਕੀਤਾ, ਚੱਲ ਰਹੀਆਂ ਸੇਵਾਵਾਂ ਦੇ ਵਿੱਚ ਆਪਣੇ ਹਿੱਸੇ ਪਾਏ, ਸਤਿਗੁਰ ਸਭ ਦੀਆਂ ਭੇਟਾਵਾਂ ਮਨਜ਼ੂਰ ਕਰਨ। ਚੜ੍ਹਦੀ ਕਲਾ ਦਿਨ ਦੁੱਗਣਾ ਰਾਤ ਚੌਗਣੀ ਤਰੱਕੀ ਸਤਿਗੁਰ ਬਖਸ਼ਿਸ਼ ਕਰਨ। ਸਾਰੀ ਸੰਗਤ ਨਾਲ ਬੋਲੋ ਜੀ ਸਲੋਕ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ दूर ਕਰਮੀ ਆਪੋ ਆਪਣੀ, ਕੇ ਲੇੜੈ ਕੇ ਜਿਨੀ ਨਾਮ ਤੇ ਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਜਿਨੀ ਨਾਮ ਤੇ ਆਇਆ, ਗਏ ਮਸਕਤ ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।